अपने को एक्सरसाइज 1.4 आ गई। ਇਹਦੇ ਵਿੱਚ ਆਪਾਂ ਕੀ ਦੱਸਣਾ ਹੈਗਾ ਵੀ ਕਿਹੜਾ ਸ਼ਾਂਤ ਹੈ ਕਿਹੜਾ ਅਸ਼ਾਂਤ ਆ। ਯਾਨੀ ਕਿ ਮੇਰੇ ਕੋਲ ਆ ਸਾਰੀਆਂ ਇਹਨਾਂ ਨੇ ਮੈਨੂੰ ਰਕਮਾਂ ਦੇਤੀਆਂ ਸਮ ਦੇ ਤੇ ਇਹਦੇ ਵਿੱਚ ਮੈਂ ਕੀ ਦੱਸਣਾ ਵੀ ਕਿਹੜਾ ਮੇਰੇ ਕੋਲ ਇਹਨਾਂ ਵਿੱਚੋਂ ਸ਼ਾਂਤ ਆ ਤੇ ਕਿਹੜਾ ਮੇਰੇ ਕੋਲ ਇਹਨਾਂ ਵਿੱਚੋਂ ਅਸ਼ਾਂਤ ਆ। ਸਿਰਫ ਆਪਾਂ ਇੰਨੀ ਦੱਸਣਾ ਹੈਗਾ 1 ਮਾਰਕਸ ਦਾ ਕੀ ਪੇਪਰ ਦੇ ਵਿੱਚ ਆਊਗਾ। देखो मैं किस तरीके ਨਾਲ ਦੱਸੂਗਾ ਵੀ ਇਹ ਮੇਰੇ ਕੋਲੇ ਸ਼ਾਂਤ ਆ ਜਾਂ ਅਸ਼ਾਂਤ ਆ। ਸਭ ਤੋਂ ਪਹਿਲਾਂ ਮੈਂ ਕੀ ਹੈਗਾ 30 upon 31 25 किया ਇਹ ਕੀ ਫਸਟ ਨੂਮੈਰੀਕਲ ਆ ਮੈਂ ਇਹਨੂੰ ਸੋਲਵ ਕਰੂੰਗਾ। ਦੇਖੋ ਸਭ ਤੋਂ ਜਿਹੜਾ ਉੱਪਰ ਲਾਉਂਦਾ ਉਹਨੂੰ ਤਾਂ ਮੈਂ ਉਸੇ ਤਰੀਕੇ ਨਾਲ ਰੱਖ ਲੂੰਗਾ ਤੇ ਜਿਹੜਾ ਹੇਠ ਲਾਉਂਦਾ ਇਹਦੇ ਮੈਂ ਕੀ ਹੈਗਾ ਟੋਟੇ ਬਣਾ ਲੂੰਗਾ। 31 25 ਦੇ ਮੈਂ ਟੋਟੇ ਬਣਾਉਂਗਾ। मेरे को 31 25 किते जाऊगा सब तो पहला मेरे को 5 ते जाऊगा। देखो आ ਜਿਹੜੇ ਟੋਟੇ ਬਣਾਉਣੇ ਆ ਉਹ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਿਖਾਇਆ ਕਿ ਕਿਸ ਤਰੀਕੇ ਨਾਲ ਬਣਦੇ ਆ ਫੈਕਟਰ। ਤਾਂ ਮੇਰੇ ਕੋਲ ਕਿੰਨੇ ਤੇ ਜਾਊਗਾ 625 ਤੇ ਜਾਊਗਾ ਤੇ ਫਿਰ ਮੇਰੇ ਕੋਲ 5 ਤੇ ਜਾ ਕੇ ਮੇਰੇ ਕੋਲ 125 ਆ ਗਿਆ। ਫਿਰ ਮੇਰੇ ਕੋਲ 5 ਤੇ ਜਾ ਕੇ 25 ਆ ਗਿਆ। ਫਿਰ 5 ਤੇ ਜਾ ਕੇ ਮੇਰੇ ਕੋਲ ਕੀ ਆ 5 ਆ ਜਾਊਗਾ। ਫਿਰ 5 ਤੇ ਜਾ ਕੇ ਮੇਰੇ ਕੋਲ ਕੀ ਆ 1 ਆ ਜਾਊਗਾ। ਯਾਨੀ ਕਿ ਜਿੰਨੇ ਵੀ 31 25 ਦੇ ਮੇਰੇ ਕੋਲ ਫੈਕਟਰ ਹੋਣਗੇ ਮੈਂ ਉਹ ਕੀ ਆ ਹੇਠਾਂ ਲਿਖ ਦੂੰਗਾ। ਇੱਥੇ ਮਲਟੀਪਲ ਦੇ ਵਿੱਚ ਮਲਟੀਪਲਾਈ ਦੇ ਵਿੱਚ ਗੁਣਾ ਦੇ ਵਿੱਚ ਮੈਂ ਸਾਰੇ ਲਿਖ ਦੂੰਗਾ। ਯਾਨੀ ਕਿ ਆ ਜਿਹੜੇ ਫੈਕਟਰ ਬਣੇ ਸੀ ਉਹ ਮੈਂ ਸਾਰੇ ਗੁਣਾ ਦੇ ਵਿੱਚ ਕੀ ਆ ਹੇਠਾਂ ਲਿਖ ਲਏ। ਤਾਂ ਮੈਂ ਇਸ ਤਰੀਕੇ ਨਾਲ ਲਿਖ ਸਕਦਾ ਹਾਂ 13 upon 1 2 3 4 5 ਯਾਨੀ ਕਿ 5 ਦੀ ਪਾਵਰ ਮੈਂ 5 ਇਸ ਤਰੀਕੇ ਨਾਲ ਲਿਖ ਸਕਦਾ ਹਾਂ। ਇਹਦਾ ਮਤਲਬ ਜਦੋਂ ਮੇਰੀ ਪਾਵਰ ਖੋਲੂਗਾ ਗਾਇਸ ਯਾਨੀ ਕਿ 5 ਨੂੰ 5 ਵਾਰੀ ਲਿਖਣਾ ਯਾਨੀ ਕਿ ਮੈਂ 5 ਨੂੰ 5 ਵਾਰੀ ਲਿਖ ਲੂੰਗਾ ਤੇ ਇਹਨੂੰ ਸਾਰੇ ਨੂੰ ਮੈਂ ਇਸ ਤਰੀਕੇ ਨਾਲ ਵੀ ਕੀ ਆ ਲਿਖ ਸਕਦਾ ਹਾਂ। ਜਦੋਂ ਵੀ ਮੇਰੇ ਕੋਲੇ ਕੀ ਆਏਗਾ 2 ਜਾਂ 5 ਆ ਜਾਣਗੇ ਜਦੋਂ 2 ਦੀ ਪਾਵਰ n into 2 ਦੀ ਪਾਵਰ 5 ਦੀ ਪਾਵਰ n ਦੇ ਰੂਪ ਦੇ ਵਿੱਚ ਆ ਜਾਊਗਾ ਤਾਂ ਉਹ ਮੇਰੇ ਕੋਲੇ ਕੀ ਆ ਸ਼ਾਂਤ ਹੋਊਗਾ। ਹੁਣ ਦੇਖੋ ਹੇਠਾਂ ਮੇਰੇ ਕੋਲੇ 5 ਆ ਗਿਆ ਇਹਦਾ ਮਤਲਬ ਇਹ ਮੇਰੇ ਕੋਲੇ ਕੀ ਆ ਸ਼ਾਂਤ ਆ। ਮੈਂ ਤੁਹਾਨੂੰ ਸਮਝਾਉਂਗਾ ਕਦੋਂ ਸ਼ਾਂਤ ਹੋਊਗਾ। ਜਦੋਂ ਹੇਠਾਂ ਮੇਰੇ ਕੋਲੇ 5 ਆ ਗਿਆ ਉਦੋਂ ਵੀ ਸ਼ਾਂਤ ਆ। ਜਦੋਂ ਮੇਰੇ ਕੋਲੇ ਹੇਠਾਂ 2 ਦੀ ਪਾਵਰ ਕੁਛ ਵੀ ਆਉਂਦੀ ਆ ਉਦੋਂ ਵੀ ਸ਼ਾਂਤ ਆ। ਜਾਂ ਮੇਰੇ ਕੋਲੇ 2 ਦੀ ਪਾਵਰ ਤੇ 5 ਦੀ ਪਾਵਰ ਕੁਛ ਵੀ ਆਉਂਦੀ ਆ ਉਦੋਂ ਵੀ ਇਹ ਸ਼ਾਂਤ ਆ। ਜਦੋਂ ਵੀ 2 ਤੇ 5 ਤੋਂ ਇਲਾਵਾ ਤੁਹਾਡੇ ਕੋਲੇ ਕੁਝ ਵੀ ਆਉਂਦਾਗਾ ਉਦੋਂ ਮੇਰੇ ਕੋਲੇ ਕੀ ਹੋਊਗਾ ਉਹ ਅਸ਼ਾਂਤ ਹੋਊਗਾ। ਜਿਹਨੂੰ ਨਹੀਂ ਸਮਝ ਲੱਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਦੂਜੀ ਵਾਰ ਸਮਝਾ ਦੇਣਾ। ਜਿਹੜਾ ਮੇਰੇ ਕੋਲ 13 ਬਟਾ 31 25 ਦਾ ਮੈਂ ਕੀ ਕਰਨਾ ਹੈਗਾ ਇਹਨੂੰ ਦੱਸਣਾ ਹੈਗਾ ਵੀ ਇਹ ਸ਼ਾਂਤ ਆ ਜਾਂ ਅਸ਼ਾਂਤ ਆ। ਦੇਖੋ ਮੈਂ ਕਿਵੇਂ ਦੱਸੂਗਾ। ਆ ਜਿਹੜਾ 13 ਮੈਂ ਵੀ ਰੱਖ ਲਿਆ ਜਿਹੜਾ 31 25 ਸੀ ਉਹਦੇ ਮੈਂ ਕੀ ਬਣਾ ਲਏ ਸਾਰੇ ਟੋਟੇ ਬਣਾ ਲਏ ਫੈਕਟਰ ਬਣਾ ਲਏ। ਆ ਜਿਹੜੇ ਫੈਕਟਰ ਬਣੇ ਸੀ ਉਹਨੂੰ ਮੈਂ ਸਾਰਿਆਂ ਨੂੰ ਕੀ ਹੈਗਾ ਗੁਣਾ ਦੇ ਵਿੱਚ ਕੀ ਆ ਰੱਖ ਲਿਆ। 1 2 3 4 5 ਯਾਨੀ ਕਿ 5 ਦੀ ਪਾਵਰ ਮੇਰੇ ਕੋਲੇ ਕੀ ਬਣ ਗਿਆ 5 ਬਣ ਗਿਆ। ਤਾਂ ਜਦੋਂ ਵੀ ਮੇਰੇ ਕੋਲੇ ਹੇਠਾਂ 2 ਆਵੇ ਜਾਂ 5 ਆਵੇ ਉਹ ਮੇਰੇ ਕੋਲੇ ਕੀ ਸ਼ਾਂਤ ਹੋਊਗਾ। ਹੁਣ ਇੱਥੇ 5 ਆ ਗਿਆ ਇਹਦਾ ਮਤਲਬ ਮੇਰੇ ਕੋਲੇ ਇਹ ਕੀ ਆ ਸ਼ਾਂਤ ਆ। ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਸੈਕੰਡ ਸਮ। ਦੇਖੋ ਗਾਇਸ ਸੈਕੰਡ ਆਪਾਂ ਕਿਵੇਂ ਕਰਾਂਗੇ 17 ਬਟਾ 8 ਸੁਣ ਮੈਂ ਦੱਸਿਆ ਜਿਹੜਾ ਉੱਪਰ ਲਾਉਂਦਾ ਉਹਨੂੰ ਮੈਂ ਉਸੇ ਤਰੀਕੇ ਨਾਲ ਰੱਖ ਲੂੰਗਾ। ਜਿਹੜਾ ਹੇਠਲਾ ਹੋਊਗਾ ਉਹਨੂੰ ਉਹਦੇ ਮੈਂ ਕੀ ਬਣਾਉਂਗਾ ਟੋਟੇ ਬਣਾਉਂਗਾ। 8 ਦੇ ਮੇਰੇ ਕੋਲ ਫੈਕਟਰ ਕਿਵੇਂ ਬਣ ਗਏ 2 ਤੇ ਗਿਆ 4 ਆ ਗਿਆ ਫਿਰ 2 ਤੇ ਗਿਆ ਮੇਰੇ ਕੋਲੇ 2 ਆ ਗਿਆ 2 2 ਤੇ ਜਾਊਗਾ ਮੇਰੇ ਕੋਲੇ ਕਿੰਨਾ ਆ ਗਿਆ 1 ਆ ਗਿਆ। ਕਿਹੜੇ ਕਿਹੜੇ ਫੈਕਟਰ ਬਣ ਗਿਆ ਸਾਰੇ ਬਣ ਗਏ ਦੇ ਫੈਕਟਰ ਮੈਂ ਇਹਨੂੰ ਇੱਥੇ ਲਿਖ ਦੂੰਗਾ 2 ਗੁਣਾ 2 ਗੁਣਾ 2 ਯਾਨੀ ਕਿ 17 ਦੀ 17 ਮੇਰੇ ਕੋਲੇ 17 ਬਟੇ 2 ਦੀ ਪਾਵਰ ਮੇਰੇ ਕੋਲ ਕਿੰਨਾ ਆ ਗਿਆ 3 ਆ ਗਿਆ ਕਿਉਂਕਿ ਮੇਰੇ ਕੋਲ 3 ਵਾਰੀ ਹੈ 1 2 3 2 ਦੀ ਪਾਵਰ 3 ਵਾਰੀ ਹੈ। ਇਹ ਮੈਂ ਤੁਹਾਨੂੰ ਪੁੱਛਾਂ ਸ਼ਾਂਤ ਆ ਜਾਂ ਅਸ਼ਾਂਤ ਆ ਤੁਸੀਂ ਕੀ ਕਹੋਗੇ ਸਾਰੇ ਜੀ ਮੇਰੇ ਕੋਲੇ ਕੀ ਆ ਸ਼ਾਂਤ ਆ। ਮੈਂ ਤੁਹਾਨੂੰ ਪਹਿਲੀ ਦੱਸਦਾ ਸੀਗਾ ਕਿਉਂਕਿ ਮੇਰੇ ਕੋਲ 2 ਤੇ 5 ਕੀ ਹੋਣਗੇ ਸ਼ਾਂਤ ਹੋਣਗੇ। ਇਹਨਾਂ ਤੋਂ ਇਲਾਵਾ ਮੇਰੇ ਕੋਲ ਬਾਕੀ ਜਿਹੜਾ ਕੁਛ ਆਗਾ ਉਹ ਸਾਰਾ ਕੀ ਹੋਊਗਾ ਅਸ਼ਾਂਤ ਹੋਊਗਾ। ਤਾਂ ਇਹ ਮੇਰੇ ਕੋਲੇ ਕੀ ਆ ਗਿਆ ਸ਼ਾਂਤ ਆਊਗਾ। ਇਸ ਤੋਂ ਬਾਅਦ ਨੈਕਸਟ ਕਰਾਂਗੇ ਆਪਾਂ ਥਰਡ ਮੇਰੇ ਕੋਲੇ ਕੀ ਹੈਗਾ 64 ਬਟਾ 455 ਗਾਇਸ ਇਹ ਵੀ ਮੈਂ ਉਸੇ ਤਰੀਕੇ ਨਾਲ ਦੱਸੂਗਾ ਇਹ ਮੇਰੇ ਕੋਲੇ ਸ਼ਾਂਤ ਆ ਜਾਂ ਅਸ਼ਾਂਤ ਆ। ਦੇਖੋ ਆ ਜਿਹੜਾ 64 ਇਹਨੂੰ ਮੈਂ ਉੱਪਰ ਉਸੇ ਤਰੀਕੇ ਨਾਲ ਰੱਖ ਲੂੰਗਾ ਉਵੇਂ ਰੱਖ ਲੂੰ ਜਿਸ ਤਰ੍ਹਾਂ ਦਾ ਹੈਗਾ ਆ। ਜਿਹੜਾ 455 ਇਹਦੇ ਕੀ ਬਣਾਵਾਂਗੇ ਆਪਾਂ ਫੈਕਟਰ ਬਣਾਵਾਂਗੇ। ਸਾਰਿਆਂ ਨੂੰ ਕੀ ਆ ਆਉਣ ਲੱਗ ਗਿਆ ਹੋਊਗਾ ਪਤਾ ਲੱਗ ਗਿਆ ਹੋਊਗਾ ਕਿਤੇ ਜਾਊਗਾ ਮੇਰੇ ਕੋਲ ਇਹ ਦੇਖੋ 3 ਤੇ ਨਹੀਂ ਆਂਦਾ ਇਹ ਨਾ 2 ਤੇ ਜਾਵੇ ਨਾ 3 ਤੇ ਜਾਵੇ ਕਿਤੇ ਜਾਊਗਾ ਸਭ ਤੋਂ ਪਹਿਲਾਂ ਇਹ 5 ਤੇ ਜਾਊਗਾ। ਤੁਸੀਂ ਕਹੋਗੇ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ 3 ਤੇ ਨਹੀਂ ਆਂਦਾ। ਦੇਖੋ 2 ਤੇ ਤਾਂ ਜਾਂਦੇ ਹੀ ਨਹੀਂ ਕਿਉਂਕਿ ਮੇਰੇ ਕੋਲੇ ਟਾਂਕ ਹੈ ਇਹ ਤੇ ਇਸ ਤੋਂ ਬਾਅਦ 3 ਤੇ ਕਿਉਂ ਨਹੀਂ ਆਂਦਾ 9 9 ਤੇ 5 14 14 3 ਦੇ ਪਹਾੜੇ ਤੇ ਆਉਂਦਾ ਨਹੀਂ ਆਉਂਦਾ। ਇਹਨਾਂ ਨੂੰ ਜੋੜ ਕੇ ਦੇਖ ਲਿਆ ਕਰੋ 10 10 ਤੇ 4 14 14 3 ਦੇ ਪਹਾੜੇ 'ਚ ਨਹੀਂ ਹੁੰਦਾ ਤਾਂ ਕਰਕੇ 3 ਤੇ ਨਹੀਂ ਆਂਦਾ ਕਿਤੇ ਜਾਊਗਾ ਇਹ 5 ਤੇ ਜਾਊਗਾ। 9 5 45 1 5 5 ਇਸ ਤੋਂ ਬਾਅਦ 7 ਤੇ ਜਾਊਗਾ 13 7 91 13 13 ਤੇ ਜਾਊਗਾ 1 ਆ ਗਿਆ। ਜਿਹਨੂੰ ਇਸ ਤਰੀਕੇ ਨਾਲ ਨਹੀਂ ਪਤਾ ਲੱਗਦਾ ਨਾ ਉਹ ਡਿਵਾਈਡ ਕਰਕੇ ਦੇਖ ਲਿਆ ਕਰੋ ਠੀਕ ਆ। ਤਾਂ ਇਹਦੇ ਕਿਹੜੇ ਫੈਕਟਰ ਬਣ ਗਏ ਮੇਰੇ ਕੋਲੇ 5 ਗੁਣਾ 7 ਗੁਣਾ 13 ਇਹ ਮੈਨੂੰ ਦੱਸੋ ਸ਼ਾਂਤ ਆ ਜਾਂ ਅਸ਼ਾਂਤ ਆ। ਮੈਂ ਤੁਹਾਨੂੰ ਕਿਹਾ ਸੀ 2 ਤੇ 5 ਤੋਂ ਇਲਾਵਾ ਜੇ ਕੁਝ ਵੀ ਆ ਗਿਆ ਉਹ ਮੇਰੇ ਕੋਲੇ ਕੀ ਹੋਊਗਾ ਅਸ਼ਾਂਤ ਹੋਊਗਾ। ਹੁਣ ਇੱਥੇ 2 ਤੇ 5 ਤੋਂ ਇਲਾਵਾ ਤਾਂ ਆ ਹੀ ਗਿਆ 7 ਵੀ ਆ ਗਿਆ 13 ਵੀ ਆ ਗਿਆ ਇਹ ਤਾਂ ਆਉਣੇ ਨਹੀਂ ਚਾਹੀਦੇ ਸੀ ਤਾਂ ਕਰਕੇ ਇਹ ਮੇਰੇ ਕੋਲੇ ਕੀ ਹੈਗਾ ਅਸ਼ਾਂਤ ਆ ਗਿਆ।
ਤਾਂ ਮੈਂ ਕੀ ਕਹੂੰਗਾ ਅਸਾਂਤ ਆ। ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਕੀ ਹੈਗਾ ਸੋਲਵ ਆਊਟ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਅੱਗੇ ਨੈਕਸਟ ਕਰਾਂਗੇ। ਗਾਇਸ ਜੇ ਸਮਝ ਲੱਗ ਗਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇ ਤੁਹਾਡਾ ਕੋਈ ਹੋਰ ਵੀ ਦੋਸਤ 10th ਕਲਾਸ ਦੇ ਵਿੱਚ ਪੜ੍ਹਦਾ ਹੈਗਾ ਉਹਨੂੰ ਕੀ ਹੈਗਾ ਇਹ ਲਿੰਕ ਵੀ ਸ਼ੇਅਰ ਕਰ ਦਿਓ, ਠੀਕ ਆ। ਤੇ ਇਸ ਤੋਂ ਬਾਅਦ ਮੇਰੇ ਕੋਲ 15 upon 60 1600, ਠੀਕ ਆ। ਦੇਖੋ ਇਹਨੂੰ ਮੈਂ ਕਿਸ ਤਰੀਕੇ ਨਾਲ ਕਰੂੰਗਾ, ਆ ਜਿਹੜਾ 15 ਮੈਂ ਉਸੇ ਤਰੀਕੇ ਨਾਲ ਲਿਖ ਲੂੰਗਾ ਤੇ ਜਿਹੜਾ 1600 ਆ ਇਹਦੇ ਮੈਂ ਕੀ ਬਣਾ ਲੂੰਗਾ ਟੋਟੇ ਬਣਾ ਲੂੰਗਾ। 1600 ਦੇ ਕਿਹੜੇ ਟੋਟੇ ਬਣਨਗੇ, ਮੇਰੇ ਕੋਲ 2 ਤੇ ਗਿਆ 800 ਆ ਗਿਆ, ਫਿਰ 2 ਤੇ ਗਿਆ ਮੇਰੇ ਕੋਲ 400 ਆ ਗਿਆ, ਫਿਰ 2 ਤੇ ਗਿਆ ਮੇਰੇ कोल 200 आ गया, फिर 2 ते गया मेरे को 100 आ गया, फिर मेरे को 2 ते गया 50 आ गया, फिर 2 ते गया मेरे को 25 आ गया, 25 मेरे को 5 ते गया 5 आ गया, 5 मेरे को 5 ते जाना ਹੁੰਦਾ 1 आ गया। यानी कि मेरे को 1600 ਦੇ ਕਿਹੜੇ ਟੋਟੇ ਬਣ ਗਏ, ਆ ਸਾਰੇ ਬਣ ਗਏ। ਇਹਨਾਂ ਨੂੰ ਮੈਂ ਲਿਖ ਲੂੰਗਾ ਗੁਣਾ ਦੇ ਵਿੱਚ ਜਿੰਨੇ ਵੀ ਹੈਗੇ ਆ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2, यानी कि मेरे को 2 कितने बारी है 1 2 3 4 5 6 बारी है। यानी कि मैं भी 6 बारी लिख लिया। 5 कितने बारी है 2 बारी है, 5 2 बारी लिख लिया। हुण इहनूं किस तरीके नाल लिखूंगा उसी तरीके नाल लिख लो। 2 की पावर कितनी आ जू 1 2 3 4 5 6, यानी कि 2 की पावर 6 आ गई क्योंकि 2 6 बारी सीगा, 5 की पावर 2 आ जू क्योंकि 5 2 बारी है 1 2। ਤਾਂ ਇਹ ਦੱਸੋ ਮੈਨੂੰ ਸ਼ਾਂਤ ਆ ਜਾਂ ਅਸ਼ਾਂਤ ਆ। ਦੇਖੋ ਇਹਦੇ ਵਿੱਚ 2 ਵੀ ਆ ਗਿਆ 5 ਵੀ ਆ ਗਿਆ। ਪਹਿਲਾਂ ਕੱਲਾ 2 ਆਉਂਦਾ ਹੁੰਦਾ ਸੀ ਉਦੋਂ ਵੀ ਸ਼ਾਂਤ ਹੁੰਦਾ ਸੀ, ਜਦੋਂ ਕੱਲਾ 5 ਆਉਂਦਾ ਸੀ ਉਦੋਂ ਵੀ ਸ਼ਾਂਤ ਹੁੰਦਾ ਸੀਗਾ। ਹੁਣ ਇਹਦੇ ਵਿੱਚ ਦੋਨੇ ਆ ਗਏ, ਜਦੋਂ ਦੋਨੇ ਵੀ ਆ ਜਾਣ ਉਦੋਂ ਵੀ ਇਹ ਮੇਰੇ ਕੋਲੇ ਕੀ ਹੋਊਗਾ ਸ਼ਾਂਤ ਹੋਊਗਾ। ਤਾਂ ਇਹਨੂੰ ਮੈਂ ਕੀ ਕਹੂੰਗਾ ਇਹ ਮੇਰੇ ਕੋਲੇ ਕੀ ਹੈਗਾ ਸ਼ਾਂਤ ਹੈਗਾ। ਤਾਂ ਜਦੋਂ 2 ਤੇ 5 ਆਉਣੇ ਚਾਹੀਦੇ, ਇਸ ਤੋਂ ਇਲਾਵਾ ਜੇ ਕੁਝ ਵੀ ਆਉਂਦਾ ਤਾਂ ਉਹ ਅਸ਼ਾਂਤ ਆ। ਹੁਣ ਦੇਖੋ ਕੱਲਾ 2 ਆ ਗਿਆ ਤਾਂ ਵੀ ਸ਼ਾਂਤ ਆ, ਕੱਲਾ 5 ਆ ਗਿਆ ਤਾਂ ਵੀ ਸ਼ਾਂਤ ਆ, ਜੇ ਦੋਨੇ ਵੀ ਆਉਂਦੇ ਆ ਤਾਂ ਵੀ ਇਹ ਮੇਰੇ ਕੋਲੇ ਕੀ ਹੈਗੇ ਸ਼ਾਂਤ ਆਗੇ। ਤੇ ਇਸ ਤੋਂ ਬਾਅਦ ਨੈਕਸਟ ਕਰਾਂਗੇ ਆਪਾਂ 5th ਸਮ ਕਰਾਂਗੇ। 5th ਦੇ ਵਿੱਚ ਮੇਰੇ ਕੋਲੇ ਕੀ ਹੈਗਾ 29 upon ਉਰੇ ਗਾਇਸ ਮੇਰੇ ਕੋਲੇ 343, ਠੀਕ ਆ। ਇਹ ਦੱਸਣਾ ਮੈਂ ਮੇਰੇ ਕੋਲੇ ਸ਼ਾਂਤ ਆ ਜਾਂ ਅਸ਼ਾਂਤ ਆ। ਤਾਂ ਮੈਂ ਕਰੂੰਗਾ ਉਸੇ ਤਰੀਕੇ ਨਾਲ, ਤੁਹਾਨੂੰ ਪਤਾ ਹੀ ਆ 29 ਤਾਂ ਮੈਂ ਉਦੋਂ ਹੀ ਰੱਖ ਲੂੰਗਾ, ਜਿਹੜਾ 29 ਆ ਮੈਂ ਉਸੇ ਤਰੀਕੇ ਨਾਲ ਰੱਖੂੰਗਾ। ਜਿਹੜਾ 343 ਆ ਇਹਦੇ ਮੈਂ ਕੀ ਬਣਾਉਂਗਾ ਟੋਟੇ ਬਣਾਉਂਗਾ। ਸਭ ਤੋਂ ਪਹਿਲੇ ਕਿਤੇ ਜਾਊਗਾ ਮੇਰੇ ਕੋਲੇ 7 ਤੇ ਜਾਊਗਾ, ਮੇਰੇ ਕੋਲੇ 7 ਤੇ ਜਾ ਕੇ 7 ਚੌਕਾ 28, ਮੇਰੇ ਕੋਲ ਕਿੰਨੇ ਬਚ ਗਏ 7 ਚੌਕਾ 28 6 7 9 63, ਫਿਰ 7 ਤੇ ਜਾਊਗਾ 7 ਆ ਗਿਆ, 7 7 ਤੇ ਜਾਊਗਾ 1 ਆ ਗਿਆ। ਗਾਇਸ ਮੇਰੀ ਪ੍ਰੈਕਟਿਸ ਆ, ਮੈਨੂੰ ਤਾਂ ਪਤਾ ਹੈਗਾ ਤੁਹਾਨੂੰ ਵੀ ਕਿ ਇਸ ਤਰੀਕੇ ਨਾਲ ਆਉਣ ਲੱਗ ਜਾਊਗਾ ਜਦੋਂ ਤੁਸੀਂ ਕਿ ਇਹਨੂੰ ਕਿ ਡਿਵਾਈਡ ਕਰਕੇ ਦੇਖੋਗੇ। ਤਾਂ ਕਿਹੜੇ ਫੈਕਟਰ ਬਣ ਕੇ 343 ਦੇ ਮੇਰੇ ਕੋਲੇ 7 ਗੁਣਾ 7 ਗੁਣਾ 7, यानी कि ਜਿਹੜਾ 29 ਨਾਲ 29 ਇਹਨੂੰ ਉਸੇ ਤਰੀਕੇ ਨਾਲ ਲਿਖੂੰਗਾ। 7 ਦੀ ਪਾਵਰ ਕਿੰਨੀ ਆ ਜੂ 3, 1 2 3, ਕਿਉਂਕਿ 7 ਕਿੰਨੇ ਵਾਰੀ ਆ 3 ਵਾਰੀ ਆ, ਤਾਂ ਕਰਕੇ 7 ਦੀ ਪਾਵਰ ਕੀ ਆ ਜੂਗੀ 3 ਆ ਜੂਗੀ। ਹੁਣ ਇਹ ਦੱਸੋ ਮੈਨੂੰ ਸ਼ਾਂਤ ਆ ਜਾਂ ਅਸ਼ਾਂਤ ਆ। ਹੁਣ ਤਾਂ ਸਾਰਿਆਂ ਨੂੰ ਆਉਣ ਲੱਗ ਗਿਆ ਹੋਊਗਾ ਅਸ਼ਾਂਤ ਆ ਮੇਰੇ ਕੋਲ, ਠੀਕ ਹੈ। ਕਿਉਂ? ਕਿਉਂਕਿ 2 ਤੇ 5 ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਕੁਝ ਵੀ ਹੋਊਗਾ ਉਹ ਮੇਰੇ ਕੋਲੇ ਕੀ ਹੋਊਗਾ ਅਸ਼ਾਂਤ ਹੋਊਗਾ। यानी कि ਇਹਦੇ ਵਿੱਚ 7 ਆ ਗਿਆ, ਨਾ ਤਾਂ 2 ਆ ਨਾ 5 ਆ, ਤਾਂ ਇਹਦਾ ਮਤਲਬ ਇਹ ਮੇਰੇ ਕੋਲੇ ਕੀ ਹੈਗਾ ਅਸ਼ਾਂਤ ਆ ਗਿਆ ਕਿਉਂਕਿ 7 ਆ ਗਿਆ। ਤਾਂ ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ। नेक्स्ट मेरे को है 6th सम 23 upon 2 ਦੀ ਪਾਵਰ 3 5 ਦੀ ਪਾਵਰ 2। ਗਾਇਸ ਇਹਦੇ ਫੈਕਟਰ ਬਣਾਉਣ ਦੀ ਲੋੜ ਨਹੀਂ ਆਪਾਂ ਨੂੰ, ਮਤਲਬ ਕਿ ਸਿੱਧੇ ਇਹਨਾਂ ਨੇ ਦਿੱਤਾ 2 ਦੀ ਪਾਵਰ 3 ਦਿੱਤੀ, 5 ਦੀ ਪਾਵਰ 2 ਦਿੱਤੀ, ਬਸ ਆਪਾਂ ਨੂੰ ਬਣਾ ਕੇ ਦਿੱਤਾ ਪਹਿਲੀ ਪਾਵਰਾਂ ਦੇ ਵਿੱਚ। ਹੁਣ ਸਿਰਫ ਆਪਾਂ ਇਹ ਦੱਸਣੀ ਆ ਵੀ ਮੇਰੇ ਕੋਲੇ ਸ਼ਾਂਤ ਆ ਜਾਂ ਅਸ਼ਾਂਤ ਆ। ਜ਼ਿਆਦਾਤਰ ਇਹੀ ਮੇਰੇ ਕੋਲੇ ਪੇਪਰ ਦੇ ਵਿੱਚ ਆਉਂਦਾ, ਜਾਂ ਤਾਂ ਪੇਪਰ ਦੇ ਵਿੱਚ ਆਪ ਪੁੱਛਦੇ ਆਗੇ ਪੰਜਾਬ ਬੋਰਡ ਵਾਲੇ ਜਾਂ ਪੰਜਾਬ ਬੋਰਡ ਵਾਲੇ ਆਪ ਦੋਨੇ ਪੁੱਛਦੇ ਇਹਨਾਂ ਵਿੱਚੋਂ, बस यही दोनों पुछदे भी शांत आ या अशांत आ। 1 नंबर ਦੇ ਵਿੱਚ ਕੀ ਪੁੱਛਾਂਗੇ ਤਾਂ ਇਹ ਦੱਸੋ ਤੁਸੀਂ ਸ਼ਾਂਤ ਆ ਜਾਂ ਅਸ਼ਾਂਤ ਆ ਮੇਰੇ ਕੋਲ। ਸੋ ਤੁਸੀਂ ਦੱਸ ਦੋਗੇ ਸਰ ਇਹ ਮੇਰੇ ਕੋਲ ਕੀ ਆ ਸ਼ਾਂਤ ਆ। ਕਿਉਂ? ਕਿਉਂਕਿ 2 ਤੇ 5 ਆ, ਤੁਹਾਨੂੰ ਮੈਂ ਦੱਸਿਆ ਸੀਗਾ, ਤਾਂ ਇਹ ਮੇਰੇ ਕੋਲ ਕੀ ਹੋਊਗਾ ਸ਼ਾਂਤ ਹੋਊਗਾ। ਜੇ 2 ਤੇ 5 ਤੋਂ ਇਲਾਵਾ ਜੇ ਇੱਥੇ ਮੈਂ 7 ਕਰ ਦਿੰਦਾ ਇੱਥੇ ਗੁਣਾ ਦੇ ਵਿੱਚ, ਹੁਣ ਦੱਸੋ ਸ਼ਾਂਤ ਆ ਜਾਂ ਅਸ਼ਾਂਤ ਆ। ਅਸ਼ਾਂਤ ਆ ਕਿਉਂਕਿ 7 ਨਾਲ ਲੱਗਿਆ, ਹੋਰ ਕੁਝ ਨਹੀਂ ਹੋਣਾ ਚਾਹੀਦਾ 2 ਤੇ 5 ਤੋਂ ਇਲਾਵਾ। ਜੇ 2 ਤੋਂ 5 ਤੋਂ ਇਲਾਵਾ ਕੁਝ ਵੀ ਨਾਲ ਆ ਗਿਆ ਤਾਂ ਉਹਦਾ ਮਤਲਬ ਉਹ ਮੇਰੇ ਕੋਲ ਕੀ ਹੋ ਜਾਊਗਾ ਅਸ਼ਾਂਤ ਹੋ ਜਾਊਗਾ। ਇਸ ਤਰੀਕੇ ਨਾਲ ਆਪਾਂ ਨੈਕਸਟ ਕਰਾਂਗੇ। ਹੁਣ ਤੁਸੀਂ ਆਹ ਇੱਥੇ ਦੱਸੋ, ਦੇਖੋ 2 ਵੀ ਇਹਦੇ ਵਿੱਚ 2 ਵੀ ਆ 5 ਵੀ ਆ, ਇਹਦੇ ਨਾਲ 7 ਆ ਗਿਆ, ਇਹਦਾ ਮਤਲਬ ਇਹ ਮੇਰੇ ਕੋਲ ਕੀ ਹੋ ਗਿਆ ਅਸ਼ਾਂਤ ਹੋ ਗਿਆ। ਮੈਂ ਤੁਹਾਨੂੰ ਦੱਸਿਆ ਜੀ 2 ਤੇ 5 ਤੋਂ ਇਲਾਵਾ ਕੁਝ ਵੀ ਨਾਲ ਆਉਂਦਾ ਹੈ ਇਹਦੇ ਤਾਂ ਉਹ ਮੇਰੇ ਕੋਲ ਕੀ ਹੋ ਜਾਊਗਾ ਅਸ਼ਾਂਤ ਹੋ ਜਾਊਗਾ। ਇਹਦਾ ਮਤਲਬ ਮੇਰੇ ਕੋਲ ਸੈਂਸ ਜਿਹੜਾ ਉਹ ਮੇਰੇ ਕੋਲ ਕੀ ਹੋ ਗਿਆ ਅਸ਼ਾਂਤ ਹੋ ਗਿਆ। ਇਸ ਤੋਂ ਬਾਅਦ ਆਪਾਂ ਕੀ ਹੈਗਾ 8th ਕਰਾਂਗੇ। ਦੇਖੋ ਆ ਜਿਹੜਾ ਉੱਪਰਲਾ ਮੈਂ ਉਸੇ ਤਰੀਕੇ ਨਾਲ ਰੱਖ ਲੂੰਗਾ 6, ਜਿਹੜਾ ਮੇਰੇ ਕੋਲ 15 ਹੈ ਇਹਦੇ ਮੈਂ ਕੀ ਬਣਾਉਂਗਾ ਟੋਟੇ ਬਣਾਉਂਗਾ। ਫਿਰ 15 ਦੇ ਟੋਟੇ ਕੀ ਬਣਨਗੇ ਮੇਰੇ ਕੋਲ 3 ਦੇ ਜਾਊਗਾ,
5 आ गया 5 5 ਤੇ ਜੋ ਮੇਰੇ ਕੋਲੇ 1 ਆ ਗਿਆ ਯਾਨੀ ਕਿ ਮੇਰੇ ਕੋਲੇ 3 * 5 ਆ ਗਿਆ 3 * 5 ਆ ਗਿਆ ਮੇਰੇ ਕੋਲੇ ਦੱਸੋ ਇਹ ਮੇਰੇ ਕੋਲੇ ਸ਼ਾਂਤ ਆ ਜਾਂ ਅਸ਼ਾਂਤ ਆ ਤੁਸੀਂ ਕਹੋਗੇ ਸਰ 5 ਤਾਂ ਆ ਗਿਆ ਮੇਰੇ ਕੋਲੇ ਤੇ ਬਟ 2 ਨਹੀਂ ਨਾਲ ਆਇਆ ਜੇ ਮੇਰੇ ਕੋਲੇ ਕੱਲਾ 5 ਆ ਜਾਂਦਾ ਇੱਥੇ ਤਾਂ ਮੈਂ ਕਹਿੰਦਾ ਸ਼ਾਂਤ ਆ ਬਟ ਹੁਣ ਇਹਦੇ ਨਾਲ ਕੀ ਲੱਗ ਗਿਆ 3 ਲੱਗ ਗਿਆ 3 ਨਾਲ ਲੱਗਣ ਕਰਕੇ ਇਹ ਕੀ ਹੋ ਗਿਆ ਅਸ਼ਾਂਤ ਹੋ ਗਿਆ ਤਾਂ ਕਰਕੇ ਮੈਂ ਕੀ ਕਹਿ ਦੂੰਗਾ ਇਹ ਮੇਰੇ ਕੋਲੇ ਕੀ ਆ ਅਸ਼ਾਂਤ ਆ 2 ਤੇ 5 ਤੋਂ ਇਲਾਵਾ ਕੁਝ ਵੀ ਆਵੇ ਨਾਲ ਤਾਂ ਉਹ ਮੇਰੇ ਕੋਲੇ ਕੀ ਹੋਊਗਾ ਅਸ਼ਾਂਤ ਹੋਊਗਾ ਮੈਂ ਤੁਹਾਨੂੰ ਬਾਰ-ਬਾਰ ਕਹਿਣਾਗਾ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਕੀ ਆਉਣ ਲੱਗ ਗਿਆ ਹੋਊਗਾ ਆਈ ਥਿੰਕ ਲਿੰਕ ਨੂੰ ਜਰੂਰ ਸ਼ੇਅਰ ਕਰੋ ਆਪਦੇ ਦੋਸਤਾਂ ਨਾਲ ਕੋਈ ਵੀ ਰਿਸ਼ਤੇਦਾਰ ਹੋਇਆ ਠੀਕ ਆ ਹਰੇਕ ਨੂੰ ਕੀ ਲਿੰਕ ਤੁਸੀਂ ਸ਼ੇਅਰ ਕਰਨਾਗਾ 35/50 ਹੁਣ ਇਹ ਦੱਸਣਾ ਆਪਾਂ ਸ਼ਾਂਤ ਆ ਜਾਂ ਅਸ਼ਾਂਤ ਆ ਹੁਣ ਦੇਖੋ ਆ ਜਿਹੜਾ 35 ਇਹਨੂੰ ਉਸੇ ਤਰੀਕੇ ਨਾਲ ਰੱਖ ਲੂੰਗਾ ਉਵੇਂ ਆ ਜਿਹੜਾ 50 ਆ ਇਹਦੇ ਮੈਂ ਕੀ ਬਣਾਉਂਗਾ ਟੋਟੇ ਬਣਾਉਂਗਾ 50 ਦੇ ਮੇਰੇ ਕੋਲ ਟੋਟੇ ਤੁਹਾਨੂੰ ਬਣਾਉਣੇ ਆਉਂਦੀ ਆ ਸਾਰਿਆਂ ਨੂੰ 2 ਤੇ ਗਿਆ ਤਾਂ ਮੇਰੇ ਕੋਲ 25 ਆ ਗਿਆ ਫਿਰ 5 ਤੇ ਜਾਊਗਾ ਮੇਰੇ ਕੋਲ 5 ਆ ਗਿਆ 5 5 ਤੀ ਜਾਂਦਾ ਹੁੰਦਾ ਤਾਂ ਮੇਰੇ ਕੋਲ 1 ਆ ਗਿਆ ਯਾਨੀ ਕਿ ਮੇਰੇ ਕੋਲ ਕੀ ਆ ਗਿਆ 2 * 5 * 5 ਇਹ ਦੱਸੋ ਮੇਰੇ ਕੋਲ ਸ਼ਾਂਤ ਆ ਜਾਂ ਅਸ਼ਾਂਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਦੇਖੋ ਇਹਨੂੰ ਤਾਂ ਆਪਾਂ ਇਸ ਤਰੀਕੇ ਨਾਲ ਲਿਖ ਲਾਂਗੇ 2 * 5 ਦੀ ਪਾਵਰ 2 ਕਿਉਂਕਿ 5 ਕਿੰਨੇ ਵਾਰੀ ਆ 2 ਵਾਰੀ ਆ 2 ਦੀ ਪਾਵਰ 1 ਹੀ ਆ ਠੀਕ ਆ 2 ਇੱਕ ਵਾਰੀ ਲਿਖ ਲਿਆ ਬਟ 5 2 ਵਾਰੀ ਆਪਾਂ ਤਾਂ ਕਰਕੇ 5 ਦੀ ਪਾਵਰ ਮੈਂ 2 ਲਿਖ ਲਿਆ ਹੁਣ ਇਹ ਦੱਸੋ ਮੇਰੇ ਕੋਲ ਸ਼ਾਂਤ ਆ ਜਾਂ ਅਸ਼ਾਂਤ ਆ ਤੁਹਾਡੇ ਕੋਲ 2 ਤੇ 5 ਆ ਗਿਆ ਤਾਂ ਇਹਦਾ ਮਤਲਬ ਇਹ ਮੇਰੇ ਕੋਲ ਕੀ ਹੈਗਾ ਸ਼ਾਂਤ ਆ ਜੇ 2 ਤੇ 5 ਤੋਂ ਇਲਾਵਾ ਹੋਰ ਕੁਝ ਆ ਜਾਂਦਾ ਉਹ ਮੇਰੇ ਕੋਲ ਕੀ ਆ ਅਸ਼ਾਂਤ ਹੁੰਦਾ ਜੇ ਹੁਣ ਮੈਂ ਗੱਲ ਕਰਾਂ ਜੇ ਇਕੱਲਾ 2 ਹੁੰਦਾ ਤਾਂ ਵੀ ਕੀ ਹੋਊਗਾ ਸ਼ਾਂਤ ਜੇ ਇਕੱਲਾ 5 ਹੋਊਗਾ ਤਾਂ ਵੀ ਕੀ ਹੋਊਗਾ ਸ਼ਾਂਤ ਜੇ ਦੋਨੇ ਆਉਣਗੇ ਤਾਂ ਵੀ ਕੀ ਹੋਊਗਾ ਸ਼ਾਂਤ ਜੇ 2 ਤੇ 5 ਤੋਂ ਇਲਾਵਾ ਹੋਰ ਕੁਝ ਵੀ ਆਉਂਦਾ ਤਾਂ ਉਹ ਕੀ ਹੋਊ ਮੇਰੇ ਕੋਲੇ ਅਸ਼ਾਂਤ ਹੋਊਗਾ ਤਾਂ ਇਹ ਮੇਰੇ ਕੋਲੇ 2 ਤੇ 5 ਆ ਗਿਆ ਤਾਂ ਮਤਲਬ ਇਹ ਮੇਰੇ ਕੋਲੇ ਕੀ ਹੈਗਾ ਸ਼ਾਂਤ ਆਗਾ ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ 10th ਜਿਹੜਾ ਉਹ ਲਾਸਟ ਆਪਣੇ ਕੋਲੇ ਇਹਦੇ ਵਿੱਚ 77/210 ਜਿਹੜਾ 77 ਆ ਉਹਨੂੰ ਤਾਂ ਮੈਂ ਉਸੇ ਤਰੀਕੇ ਨਾਲ ਲਿਖੂੰਗਾ ਆ ਜਿਹੜਾ 210 ਆ ਇਹਦੇ ਮੈਂ ਕੀ ਬਣਾਉਂਗਾ ਟੋਟੇ ਬਣਾਉਂਗਾ ਕਿਸ ਤਰੀਕੇ ਨਾਲ ਬਣਨਗੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਭ ਤੋਂ ਪਹਿਲਾਂ 2 ਤੇ ਜਾਊਗਾ 2 ਤੇ ਜਾ ਕੇ ਮੇਰੇ ਕੋਲ 105 ਆ ਗਿਆ ਫਿਰ ਮੇਰੇ ਕੋਲ ਕਿਤੇ ਜਾਊਗਾ 3 ਤੇ ਜਾਊਗਾ 3 ਤੇ ਜਾ ਕੇ ਮੇਰੇ ਕੋਲ ਕੀ ਹੈਗਾ ਕਿੰਨਾ ਹੋਊਗਾ 3 3 9 1 5 15 5 ਤੇ ਜਾਊਗਾ ਮੇਰੇ ਕੋਲ 7 ਆ ਗਿਆ 7 ਤੇ ਜਾਊਗਾ 1 ਆ ਗਿਆ ਠੀਕ ਹੈ ਯਾਨੀ ਕਿ ਮੇਰੇ ਕੋਲ 210 ਦੇ ਕਿਹੜੇ ਟੋਟੇ ਬਣ ਗਿਆ ਸਾਰੇ ਬਣ ਕੇ ਮੈਂ ਇਹਨਾਂ ਗੁਣਾ ਦੇ ਵਿੱਚ ਲਿਖੂੰਗਾ 2 * 3 * 5 * 7 ਗਾਇਸ ਦੱਸੋ ਮੇਰੇ ਕੋਲ ਸ਼ਾਂਤ ਆ ਜਾਂ ਅਸ਼ਾਂਤ ਆ ਮੈਂ ਤੁਹਾਨੂੰ ਦੱਸਿਆ ਜੀ 2 ਤੇ 5 ਤੋਂ ਇਲਾਵਾ ਜੇ ਨਾਲ ਹੋਰ ਕੁਝ ਵੀ ਆਉਂਦਾ ਉਹ ਮੇਰੇ ਕੋਲ ਕੀ ਹੋਊਗਾ ਅਸ਼ਾਂਤ ਹੋਊਗਾ ਤਾਂ ਇਹਦਾ ਮਤਲਬ ਇਹ ਮੇਰੇ ਕੋਲ ਕੀ ਹੈਗਾ ਅਸ਼ਾਂਤ ਆ ਇਸ ਨਾਲ ਆਪਣੇ ਕੋਲ ਜਿਹੜਾ 1.4 ਦਾ ਗਿਆ ਫਸਟ ਪਾਰਟ ਆ ਜਿਹੜਾ ਕੰਪਲੀਟ ਹੋ ਗਿਆ ਜੇ ਕਿਸੇ ਵੀ ਬੱਚੇ ਨੂੰ ਕੋਈ ਵੀ ਦਿੱਕਤ ਹੋਈ ਕੋਈ ਵੀ ਇਨਕੁਆਇਰੀ ਹੋਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਦਾ ਫੋਨ ਨੰਬਰ ਵੀ ਦੂੰਗਾ WhatsApp ਨੰਬਰ ਤਾਂ ਤੁਸੀਂ ਉਹਦੇ ਉੱਤੇ ਵੀ ਮੈਨੂੰ ਦੱਸ ਸਕਦੇ ਹੋ ਮੈਂ ਇੱਥੇ ਬੋਰਡ ਦੇ ਉੱਤੇ ਵੀ ਲਿਖ ਦੇਣਾ ਆਪਣਾ WhatsApp ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਹੁੰਦੀ ਹੈ ਤਾਂ ਮੈਨੂੰ ਕੀ ਹੈਗਾ ਕੰਟੈਕਟ ਕਰ ਲਓ ਹਰ ਟਾਈਮ ਮੈਂ ਤੁਹਾਡੀ ਮਦਦ ਦੇ ਵਿੱਚ ਕੀ ਹਾਜ਼ਰ ਰਹੂੰਗਾ ਕਦੋਂ ਵੀ ਤੁਸੀਂ ਮੇਰੇ ਤੋਂ ਕੁਝ ਵੀ ਪੁੱਛੋਗੇ ਤਾਂ ਮੈਂ ਤੁਹਾਨੂੰ ਕੀ ਉਹਦਾ ਰਿਪਲਾਈ ਜ਼ਰੂਰ ਕਰੂੰਗਾ ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਸੈਕੰਡ ਪਾਰਟ ਗਾਇਸ ਆਪਣੇ ਕੋਲੇ ਐਕਸਰਸਾਈਜ਼ 1.4 ਦਾ ਇਹ ਸੈਕੰਡ ਪਾਰਟ ਹੈਗਾ ਇਹਦੇ ਵਿੱਚ ਆਪਾਂ ਕੀ ਦੱਸਣਾ ਹੈਗਾ ਕਹਿੰਦੇ ਜਿਹੜੇ ਵੀ ਇਹ ਪ੍ਰਮੇਯ ਸੰਖਿਆਵਾਂ ਵਿਸਤਾਰ ਵਿੱਚ ਲਿਖੋ ਜੋ ਸ਼ਾਂਤ ਹਨ ਜਾਨੀ ਕਿ ਮੈਂ ਕੀ ਹੈਗਾ ਜੋ ਵੀ ਆ ਮੇਰੇ ਕੋਲੇ ਕੀ ਹੈ ਇੱਕ ਪ੍ਰਮੇਯ ਸੰਖਿਆ ਹੈਗੀ ਇਹ ਮੇਰੇ ਕੋਲੇ ਇਕੱਲੇ ਸ਼ਾਂਤ ਦੀ ਲਿਖਿਆ ਮੈਂ ਆਪਾਂ ਫਸਟ ਪਾਰਟ ਦੇ ਵਿੱਚ ਕੀਤੇ ਸੀ ਨਾ ਰਕਮਾਂ ਤਾਂ ਉਹੀ ਆ ਸਾਰੀਆਂ ਬਟ ਮੈਂ ਲਿਖੀਆਂ ਉਹੀ ਆ ਜਿਹੜੀਆਂ ਸ਼ਾਂਤ ਨੇਗੀਆਂ ਜਿਹੜੀਆਂ ਸ਼ਾਂਤ ਨੇਗੀਆਂ ਉਹਨਾਂ ਦੀ ਆਪਾਂ ਕੀ ਦਸ਼ਮਲਵ ਪ੍ਰਸਾਰ ਕੀ ਕੱਢਣਾਗਾ ਹੁਣ ਮੇਰੇ ਕੋਲ ਇਹ ਸ਼ਾਂਤ ਸੀਗੀ ਪਹਿਲੀ ਤੁਹਾਨੂੰ ਪਤਾ ਹੀ ਤੇ ਦੇਖੋ ਮੈਂ ਕਿਸ ਤਰੀਕੇ ਨਾਲ ਕਰੂੰਗਾ ਇਹਦੇ ਦਸ਼ਮਲਵ ਕਿਸ ਤਰੀਕੇ ਨਾਲ ਲਿਖੂੰਗਾ ਆ ਜਿਹੜਾ ਉੱਪਰਲਾ ਉਹਦਾ ਮੈਂ ਉਸੇ ਤਰੀਕੇ ਨਾਲ ਲਿਖੂੰਗਾ 31 25 ਦੇ ਟੋਟੇ ਆਪਾਂ ਬਣਾਏ ਸੀ ਨਾ ਇਸ ਤਰੀਕੇ ਨਾਲ 31 25 ਦੇ ਆਪਾਂ ਜਿਹੜੇ ਟੋਟੇ ਬਣਾਏ ਸੀ ਉਸੇ ਤਰੀਕੇ ਨਾਲ ਮੈਂ ਇਹਦੇ ਸਾਰੇ ਲਿਖੂੰਗਾ ਮੇਰੇ ਕੋਲ ਆ ਸਾਰੇ ਮੈਂ ਦੂਰੀ ਵਾਰ ਤੋਂ ਕਰਦਾ ਇਹ ਇਸ ਨੂੰ ਮੈਂ ਵੈਸੇ ਸਮਝਾਤਾ ਜਿਸ ਤਰੀਕੇ ਨਾਲ ਮੈਂ ਆਪਾਂ ਪਹਿਲਾਂ ਕਰਿਆਗਾ ਉਸੇ ਤਰੀਕੇ ਨਾਲ ਹੀ ਕਰਨਾ ਇਹਦੇ ਵਿੱਚ ਠੀਕ ਆ ਤਾਂ ਆ ਸਾਰੇ ਮੈਂ ਲਿਖ ਲਏ ਤੇ 30/5 ਦੀ ਪਾਵਰ 5 ਜਾਨੀ ਕਿ ਇਹ ਆਪਣੇ ਕੋਲੇ ਕੀ ਆ ਸ਼ਾਂਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਾਨੀ ਕਿ ਮੇਰੇ ਕੋਲੇ ਕੀ ਆ 13/5 ਦੀ ਪਾਵਰ 5 ਆ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰੇ ਕੋਲੇ ਕੀ ਹੈਗਾ ਸ਼ਾਂਤ ਹੈਗਾ ਜੇ ਸ਼ਾਂਤ ਆ ਗਾਇਸ ਇਹ ਕਹਿੰਦੇ ਵੀ ਇਹਦੇ ਦਸ਼ਮਲਵ ਪ੍ਰਸਾਰ ਕੀ ਕੱਢੋ ਤੁਸੀਂ ਆਪਾਂ ਅੱਗੇ ਸਮ ਕਰਨਾ ਹੈ ਇਹਦੇ ਵਿੱਚ ਇਹ ਕਿਉਂਕਿ ਤੁਹਾਨੂੰ ਕੀ 2 ਮਾਰਕਸ ਦਾ ਪੇਪਰ ਦੇ ਵਿੱਚ ਆਊਗਾ 2 ਜਾਂ 3 ਨੰਬਰ ਦਾ ਕੀ ਪੇਪਰ ਦੇ ਵਿੱਚ ਇਹ ਆਊਗਾ ਇਹਦੇ ਮੈਂ ਕਿਸ ਤਰੀਕੇ ਨਾਲ ਕੀ ਹੈਗਾ ਕੱਢੂੰਗਾ ਆਦਾ ਆਪਾਂ ਇੱਥੇ ਤੱਕ ਤਾਂ ਆਪਾਂ ਪਹਿਲਾਂ ਕਰ ਲਿਆ ਇਹ ਮੇਰੇ ਕੋਲੇ ਕੀ ਆ ਸ਼ਾਂਤ ਆ ਹੁਣ ਮੈਨੂੰ ਅੱਗੇ ਕਿਸ ਤਰੀਕੇ ਨਾਲ ਕਰੂੰਗਾ ਇਹਦੇ ਮੈਂ ਕਿਸ ਤਰੀਕੇ ਨਾਲ ਦਸ਼ਮਲਵ ਲਾਊਂਗਾ ਜੇ ਇੱਥੇ 5 ਦੀ ਪਾਵਰ 5 ਹੋਈ ਤਾਂ ਮੈਂ ਕਿਹਦੇ ਨਾਲ ਮਲਟੀਪਲਾਈ ਕਰੂੰਗਾ 2 ਦੀ ਪਾਵਰ 5 ਨਾਲ ਹੇਠਾਂ ਵੀ ਕਰੂੰਗਾ ਤੇ ਉੱਪਰ ਵੀ ਕਰੂੰਗਾ ਇਹ ਮੈਂ ਤੁਹਾਨੂੰ ਸਮਝਾਉਂ ਸਾਰਾ ਕੁਝ
ਤਾਂ ਮੈਂ ਜੇ ਮੇਰੇ ਕੋਲ 5 ਦੀ ਪਾਵਰ 5 ਆ ਤਾਂ ਮੈਂ 2 ਦੀ ਪਾਵਰ ਨਾਲ ਕਰੂੰਗਾ। ਜੇ ਮੇਰੇ ਕੋਲ 2 ਹੋਊਗਾ ਫਿਰ ਮੈਂ ਕਿਹਦੇ ਨਾਲ ਮਲਟੀਪਲਾਈ ਕਰੂੰਗਾ 5 ਨਾਲ। ਪਾਵਰ ਇਹਨਾਂ ਦੀ ਇੱਕੋ ਜਿਹੀ ਰੱਖਣੀ ਹੈ। ਜੇ ਇਹਦੀ ਵੀ ਪਾਵਰ 5 ਆ ਤਾਂ ਇਹਦੀ ਵੀ ਪਾਵਰ ਤੁਸੀਂ 5 ਰੱਖਣੀ ਹੈ। ਜੇ ਹੇਠਾਂ ਗੁਣਾ ਕੀਤੀ ਹੈ ਤਾਂ ਉੱਪਰ ਵੀ ਤੁਸੀਂ ਕੀ ਆ ਗੁਣਾ ਕਰਨੀ ਹੈ। ਇੱਕ ਥਾਵੇਂ ਨਹੀਂ ਕਰ ਸਕਦੇ ਕਿਉਂਕਿ ਗਾਇਸ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਆ ਦੇਖੋ ਇਹਦੇ ਨਾਲ ਆ ਕੱਟਿਆ ਜਾਊਗਾ ਉਹੀ ਰਹਿ ਜਾਊਗਾ ਆਪਣੇ ਕੋਲੇ। ਤਾਂ ਕਰਕੇ ਜੇ ਮੈਂ ਹੇਠਾਂ ਗੁਣਾ ਕੀਤੀ ਹੈ ਤਾਂ ਉੱਪਰ ਵੀ ਮੈਨੂੰ ਗੁਣਾ ਕਰਨੀ ਪਊਗੀ। ਹੁਣ ਦੇਖੋ ਅੱਗੇ ਦੇਖੋ ਜੇ 5 ਹੋਇਆ ਆ ਦੇਖੋ ਮੇਰੇ ਕੋਲ ਆ ਐਵੇਂ ਸੀ ਨਾ ਐਵੇਂ ਸੀਗਾ। ਜੇ 5 ਹੋਇਆ ਤਾਂ ਮੈਂ ਕਿਹਦੇ ਨਾਲ ਗੁਣਾ ਕਰੂੰਗਾ 2 ਦੀ ਪਾਵਰ 5 ਨਾਲ। ਜੇ ਮੇਰੇ ਕੋਲੇ 2 ਹੁੰਦਾ ਤਾਂ ਮੈਂ ਕਿਹਦੇ ਨਾਲ ਗੁਣਾ ਕਰਦਾ ਹੁਣ 5 ਦੀ ਪਾਵਰ 5 ਨਾਲ। ਇਸ ਤਰੀਕੇ ਨਾਲ ਕਰਨਾ ਤੁਸੀਂ। ਅੱਗੇ ਜਿਹੜੇ ਸਮ ਕਰਾਂਗੇ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੈਰੀਫਾਈ ਹੋਊਗਾ। ਹੁਣ ਮੇਰੇ ਕੋਲੇ 5 ਸੀ ਤਾਂ ਕਰਕੇ ਮੈਂ 2 ਦੀ 5 ਨਾਲ ਕੀ ਗੁਣਾ ਕਰਤਾ ਹੇਠਾਂ ਤਾਂ ਮੈਂ ਉੱਪਰ ਵੀ 2 ਦੀ ਪਾਵਰ 5 ਨਾਲ ਗੁਣਾ ਕਰੂੰਗਾ। ਇਹਨੂੰ ਦੇਖੋ ਮੈਂ ਕਿਸ ਤਰੀਕੇ ਨਾਲ ਕਰੂੰਗਾ। ਆ 13 ਮੈਂ ਉਸੇ ਤਰੀਕੇ ਨਾਲ ਲਿਖ ਲਿਆ। ਆ 2 ਦੀ ਪਾਵਰ 5 ਵਾਰੀ ਲਿਖ ਲੂੰਗਾ। 2 ਦੀ ਪਾਵਰ ਕਿੰਨੇ ਵਾਰੀ ਲਿਖੂੰਗਾ ਮੈਂ 5 ਵਾਰੀ ਲਿਖੂੰਗਾ। ਇਸ ਤੋਂ ਬਾਅਦ ਜਿਹੜਾ ਮੇਰੇ ਕੋਲ ਆਹ ਆ ਹੇਠਾਂ ਜਾਨੀ ਕਿ ਆ 5 ਤੇ 2 ਜਾਨੀ ਕਿ 5 ਤੇ 2 ਮੈਂ ਇਸ ਤਰੀਕੇ ਨਾਲ ਲਿਖ ਲਿਆ। ਜਿਹੜੀ ਇਹਨਾਂ ਦੀ ਮੇਰੇ ਕੋਲੇ ਪਾਵਰ ਆ ਉਹ ਮੈਂ ਕੀ ਲਿਖ ਲਈ ਕੱਢ ਲਈ ਕਾਮਨ ਕੱਢ ਲਈ ਜਾਨੀ ਕਿ ਸਾਂਝੀ ਕੱਢ ਲਈ। ਆ 5 ਤੇ 2 ਦਾ ਮੈਂ ਉਵੇਂ ਲਿਖ ਲਿਆ। ਜਿਹੜੀ ਆ ਇਹਦੀ ਵੀ ਪਾਵਰ 5 ਆ ਇਹਦੀ ਵੀ ਪਾਵਰ 5 ਆ ਜਾਨੀ ਕਿ ਦੋਨਾਂ ਦੇ ਉੱਤੇ ਸਾਂਝੀ ਮੈਂ ਪਾਵਰ 5 ਲਾਤੀ। ਹੁਣ ਦੇਖੋ ਮੈਨੂੰ ਕਿਸ ਤਰੀਕੇ ਨਾਲ ਕਰੂੰਗਾ। ਇਹਨਾਂ ਸਾਰਿਆਂ ਨੂੰ ਗੁਣਾ ਕਰ ਲੂੰਗਾ ਜਾਨੀ ਕਿ ਮੈਂ 13 ਨੂੰ 2 ਨਾਲ ਗੁਣਾ ਕੀਤਾ 26 ਨੂੰ ਜਾਨੀ ਕਿ ਗੁਣਾ ਕਰ ਲਓ ਆ ਸਾਰਿਆਂ ਨੂੰ 4 4 8 8 ਦੂਣੀ 16 16 ਨੂੰ 13 ਨਾਲ ਗੁਣਾ ਕਰ ਲਓ ਤੁਹਾਡੇ ਕੋਲੇ 416 ਆ ਜਾਊਗਾ। ਜਾਨੀ ਕਿ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਜਦੋਂ ਗੁਣਾ ਕਰੋਗੇ ਨਾ ਤੁਹਾਡੇ ਕੋਲੇ 416 ਆ ਜਾਊਗਾ। ਆ ਹੇਠਾਂ ਮੇਰੇ ਕੋਲੇ 10 ਦੀ ਪਾਵਰ ਕਿੰਨੀ ਆ ਗਈ 5 ਆ ਗਈ ਕਿਉਂਕਿ 5 ਦੂਣੀ 10 10 ਦੀ ਪਾਵਰ ਮੇਰੇ ਕੋਲੇ ਕਿੰਨਾ ਆ ਗਿਆ 5 ਆ ਗਿਆ। ਇਸ ਤੋਂ ਬਾਅਦ 416 ਗਾਇਸ ਮੈਂ ਇਹਦੇ ਹੇਠਾਂ ਆ ਬੰਨ ਦੇ ਹੇਠਾਂ ਬੰਨ ਦੇ ਨਾਲ ਮੈਂ 5 ਜ਼ੀਰੋਆਂ ਲਾ ਸਕਦਾ ਨਾ 1 2 3 4 5 ਕਿਉਂਕਿ 10 ਦੀ ਪਾਵਰ 5 ਆ ਗਈ। ਤੁਸੀਂ ਇਸ ਤਰੀਕੇ ਨਾਲ ਲਿਖ ਸਕਦੇ ਹੋ। ਮੈਂ ਇੱਥੇ ਸਮਝਾ ਰਿਹਾ ਤੁਹਾਨੂੰ ਇਸ ਤਰੀਕੇ ਨਾਲ ਲਿਖ ਸਕਦੇ ਹੋ। ਤਾਂ ਤੁਹਾਨੂੰ ਕਹਿਣੇ ਚਾਹੀਏ ਵੀ 1 2 3 4 5 ਵੀ ਬੰਨ ਮਗਰ 5 ਜ਼ੀਰੋਆਂ ਲਾ ਦੋ ਨਹੀਂ। ਆਪਾਂ ਇਸ ਤਰੀਕੇ ਨਾਲ ਹੀ ਕਰਦੇ ਹੁੰਦੇ ਨਾ ਤਾਂ ਉਸੇ ਤਰੀਕੇ ਨਾਲ ਮੈਂ ਡਾਇਰੈਕਟ ਲਾਤਾ ਬੰਨ ਦੇ ਮਗਰ 5 ਜ਼ੀਰੋਆਂ ਲਾਤੀਆਂ। ਜਿਨ੍ਹਾਂ ਨੂੰ ਗੁਣਾ ਕਰੋਗੇ 100 ਨੂੰ 10 ਨਾਲ ਗੁਣਾ ਕਰੋਗੇ 1000 ਨੂੰ 10 ਨਾਲ ਗੁਣਾ ਕਰੋਗੇ 10000 ਨੂੰ 10 ਨਾਲ ਕਰੋਗੇ ਲੱਖ ਉਨੇ ਹੀ ਬਣੂਗਾ ਤੁਹਾਡੇ ਕੋਲੇ। ਠੀਕ ਆ ਤਾਂ ਜਾਂ ਤੁਸੀਂ ਡਾਇਰੈਕਟ ਵੀ ਕਰ ਸਕਦੇ ਹੋ। ਆ ਬਣ ਗਿਆ। ਹੁਣ ਮੈਂ ਦਸ਼ਮਲਵ ਪ੍ਰਸਾਰ ਕੱਢਣਾ ਹੈ। ਦਸ਼ਮਲਵ ਕਿਵੇਂ ਲਾਉਂਗਾ ਕਿੰਨੇ ਜ਼ੀਰੋ ਆਉਣੇ ਅੱਖਰ ਛੱਡ ਕੇ ਮੈਂ ਪੁਆਇੰਟ ਲਾ ਦੂੰਗਾ 1 2 3 4 5 5 ਅੱਖਰ ਛੱਡ ਕੇ ਕੀ ਆ ਮੈਂ ਪੁਆਇੰਟ ਲਾ ਦੂੰਗਾ। ਆ 416 ਤਾਂ ਹੈਗੀ ਆ ਮੇਰੇ ਕੋਲੇ ਕਿੰਨੇ ਅੱਖਰ ਛੱਡ ਕੇ ਲਾਉਣੇ ਆ 5 ਦੇਖੋ 1 2 ਬਟ ਮੇਰੇ ਕੋਲ ਤਾਂ 3 ਅੱਖਰ ਆ 2 ਅੱਖਰਾਂ ਦੀ ਘਾਟ ਆ ਤਾਂ ਮੈਂ 2 ਆਪਦੇ ਕੋਲੋਂ ਜ਼ੀਰੋਆਂ ਲਾ ਲੂੰਗਾ ਇੱਥੇ ਵੀ ਲਾ ਦੂੰਗਾ ਪੁਆਇੰਟ ਲਾ ਦੂੰਗਾ। ਇਹੀ ਮੇਰਾ ਕੀ ਆ ਆਨਸਰ ਆ। ਜਿਹੜੇ ਬੱਚਿਆਂ ਨੂੰ ਨਹੀਂ ਸਮਝ ਲੱਗੀ ਮੈਂ ਉਹਨਾਂ ਨੂੰ 2 ਵਾਰ ਸਮਝਾ ਦੇਣਾ ਦਿੱਕਤ ਵਾਲੀ ਕੋਈ ਗੱਲ ਨਹੀਂ ਗੀ। ਵੀਡੀਓ ਅਖੀਰ ਤੱਕ ਦੇਖਿਓ ਤੁਹਾਨੂੰ ਸਾਰਾ ਕੁਝ ਕੀ ਆ ਸਮਝ ਲੱਗੂਗਾ A to Z। ਇਹਦੇ ਵਿੱਚ ਕੀ ਆ ਮੇਰੇ ਕੋਲ ਦੇਖੋ ਆ ਮੇਰੇ ਕੋਲ ਉਸੇ ਤਰੀਕੇ ਨਾਲ ਕਰ ਲਿਆ ਮੈਂ 13 19 ਰੱਖ ਲਿਆ 31 25 ਦੇ ਮੈਂ ਟੋਟੇ ਬਣਾ ਲਏ। ਠੀਕ ਆ ਤਾਂ ਮੇਰੇ ਕੋਲੇ ਕੀ ਹੈਗਾ 5 ਦੀ ਪਾਵਰ 5 ਆ ਗਿਆ ਕਿਉਂਕਿ 5 ਮੇਰੇ ਕੋਲੇ 5 ਵਾਰੀ ਸੀਗਾ ਮੈਂ ਉਵੇਂ 5 ਦੀ ਪਾਵਰ 5 ਲਾ ਲਿਆ। ਇਹ ਮੈਨੂੰ ਪਤਾ ਲੱਗ ਗਿਆ ਅਸਾਂਤ ਆ 2 ਤੇ 5 ਤੋਂ ਇਲਾਵਾ ਜੇ ਕੁਝ ਵੀ ਆਉਂਦਾ ਉਹ ਮੇਰੇ ਕੋਲੇ ਅਸਾਂਤ ਹੁੰਦਾ ਬਟ ਇਹਦਾ ਮੈਨੂੰ ਪਤਾ ਮੇਰੇ ਕੋਲੇ ਸਾਂਤ ਆ ਕਿਉਂਕਿ 5 ਆ। ਹੁਣ ਜੇ ਸਾਂਤ ਸੀਗਾ ਅੱਗੇ ਆਪਾਂ ਕਰ ਲਾਂਗੇ। ਇਹਦੇ ਕਹਿੰਦੇ ਦਸ਼ਮਲਵ ਲਾਓ ਕਿਸ ਤਰੀਕੇ ਨਾਲ ਲਾਊਗਾ। ਜੇ ਮੇਰੇ ਕੋਲੇ ਕੀ ਹੈਗਾ 5 ਆ ਤਾਂ ਮੈਂ ਕਿਹਦੇ ਨਾਲ ਗੁਣਾ ਕਰੂੰਗਾ 2 ਦੀ ਪਾਵਰ 5 ਨਾਲ। ਜਿੱਥੇ ਕਿਉਂਕਿ 5 ਦੀ ਪਾਵਰ 5 ਆ ਤਾਂ ਕਿਹਦੇ ਨਾਲ ਗੁਣਾ ਕਰੂੰਗਾ ਮੈਂ 2 ਦੀ ਪਾਵਰ 5 ਨਾਲ। ਹੇਠਾਂ ਵੀ ਕਰੂੰਗਾ ਤੇ ਉੱਪਰ ਵੀ ਕਰੂੰਗਾ ਉੱਪਰ ਵੀ ਕਰਤੀ। ਠੀਕ ਆ ਤਾਂ ਹੁਣ ਮੈਂ ਆ 2 ਦੀ ਪਾਵਰ 5 ਆ ਮੈਂ 2 ਨੂੰ 5 ਵਾਰੀ ਲਿਖ ਸਕਦਾ ਮੈਂ ਉਵੇਂ ਲਿਖਤਾ। ਤਾਂ ਆ 5 ਗੁਣਾ 2 ਮੈਂ ਉਵੇਂ ਲਿਖ ਲਿਆ। ਇਹਨਾਂ ਦੋਨਾਂ ਦੀ ਜਿਹੜੀ ਘਾਤ ਹੈਗੀ ਉਹ ਮੈਂ ਸਾਂਝੀ ਲਿਖ ਲਈ ਉੱਪਰ 5 10 ਬਣ ਗਿਆ 10 ਦੀ ਪਾਵਰ 5 ਬਣ ਗਈ। ਤਾਂ ਆ ਚਾਰ ਇਹਨਾਂ ਸਾਰਿਆਂ ਨੂੰ ਗੁਣਾ ਕੀਤੀ 416 ਬਣ ਗਿਆ। ਤਾਂ ਇਹਨੂੰ ਮੈਂ 5 ਵਾਰੀ ਲਿਖ ਸਕਦਾ। ਇੱਕ ਦੇ ਨਾਲ ਮੈਂ 5 ਜ਼ੀਰੋਆਂ ਲਾਤੀਆਂ ਉਸੇ ਤਰੀਕੇ ਨਾਲ 5 ਅੱਖਰ ਛੱਡ ਕੇ ਮੈਂ ਪੁਆਇੰਟ ਲਾਤਾ। ਗਾਇਸ ਇਹਦੇ ਵਿੱਚ ਆਪਾਂ ਪਾਵਰ ਸਾਂਝੀ ਪਤਾ ਕਿਉਂ ਕਰਦੇ ਹੁੰਦੇ ਆ। ਜੇ ਇੱਥੇ ਮੇਰੇ ਕੋਲੇ 10 ਹੀ ਨਾ ਬਣਿਆ ਜੇ ਇੱਥੇ ਮੇਰੇ ਕੋਲੇ ਕੀ ਆ 10 ਨਾ ਪਾਉਂਦਾ ਕੀ ਮੈਂ ਪੁਆਇੰਟ ਲਾ ਸਕਦਾ ਸੀ ਨਹੀਂ ਲੱਗਦਾ। ਮੈਨੂੰ ਕਦੋਂ ਵੀ ਮੈਂ ਕੋਈ ਵੀ ਨੂਮੈਰੀਕਲ ਕਰਾਂ ਜਦੋਂ ਮੈਂ ਦਸ਼ਮਲਵ ਲਾਉਣਾਗਾ ਮੈਂ ਸਾਰੇ ਨੂਮੈਰੀਕਲ ਕਰੂੰਗਾ। ਜਦੋਂ ਵੀ ਮੈਂ ਦਸ਼ਮਲਵ ਲਾਉਣਾ ਸਭ ਤੋਂ ਪਹਿਲਾਂ ਮੈਨੂੰ ਹੇਠਾਂ ਕੀ ਬਣਾਉਣਾ ਪਊਗਾ 10 ਬਣਾਉਣਾ ਪਊਗਾ। 10 ਦੀ ਪਾਵਰ ਕੁਛ ਵੀ ਬਣਾਉਣਾ ਪਊਗਾ ਫਿਰ ਜਾ ਕੇ ਮੇਰੇ ਕੋਲੇ ਦਸ਼ਮਲਵ ਲੱਗੂਗਾ। ਉਹੀ ਮੇਰੇ ਦਿਮਾਗ ਦੇ ਵਿੱਚ ਗੱਲ ਸੀਗੀ ਤਾਂ ਕਰਕੇ ਮੈਂ 5 ਤੇ 2 ਨੂੰ ਇਕੱਠਾ ਲਿਖ ਲਿਆ। ਜਿਹੜੀ ਇਹਨਾਂ ਦੀ ਘਾਤ ਸੀ ਉਹ ਸਾਂਝੀ ਲਿਖ ਲਈ ਕਿਉਂਕਿ ਮੈਨੂੰ ਪਤਾ 5 ਤੇ 2 10 ਹੁੰਦਾ। 10 ਦੀ ਪਾਵਰ ਮੈਂ 5 ਬਣਾ ਲਈ। ਇਸ ਤਰੀਕੇ ਨਾਲ ਆਪਾਂ ਇਹ ਕੀ ਕਰਾਂਗੇ। ਇਸ ਤੋਂ ਬਾਅਦ ਆਪਾਂ ਨੈਕਸਟ ਕਰ ਦਾਂਗੇ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਕਲੈਰੀਫਾਈ ਹੋਊਗਾ। ਉਹਦੇ ਵਿੱਚ ਸਾਰਾ ਕੁਝ ਸੁਣ ਕੇ ਸਮਝ ਲੱਗੂਗਾ। ਦੇਖੋ ਆਪਾਂ ਨੈਕਸਟ ਸਮ ਕਰਾਂਗੇ ਇਹਦੇ ਵਿੱਚ ਸੈਕਿੰਡ ਆ 17/8 ਉਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ 17 ਨੂੰ ਉਵੇਂ ਲਿਖੂੰਗਾ ਜਿਹੜਾ 8 ਆਇਆ ਇਹਦੇ ਕੀ ਬਣਾ ਲੂੰਗਾ ਟੋਟੇ ਬਣਾ ਲੂੰਗਾ 2 ਤੇ ਗਿਆ 4 2 ਤੇ ਗਿਆ 2 2 ਇਹਦਾ ਪਹਿਲਾ ਵਾਲਾ ਕੰਮ ਹੀ ਹੈ ਸਾਰਾ 2 ਗੁਣਾ 2 ਗੁਣਾ 2 ਯਾਨੀ ਕਿ 17/2 ਦੀ ਪਾਵਰ 3
ਤੁਹਾਨੂੰ ਸਾਰਿਆਂ ਨੂੰ ਪਤਾ गाइस ਮੇਰੇ ਕੋਲੇ ਕੀ ਹੈ, ਇਹ ਸਾਂਤ ਹੈਗਾ। ਜੇ ਸਾਂਤ ਆ ਕਹਿੰਦੇ ਦਸ਼ਮਲਵ ਲਾਓ ਇਹਦੇ, ਦੇਖੋ ਆਪਾਂ किस तरीके ਨਾਲ ਲਾਵਾਂਗੇ 17/2 ਦੀ ਪਾਵਰ 3 ਆ ਤਾਂ ਹੈਗੀ ਆ। ਘਾਟ ਕਾਹਦੀ ਆ 5 ਦੀ। ਮੈਂ ਤੁਹਾਨੂੰ ਕਿਹਾ ਜਦੋਂ 2 ਹੋਊਗਾ ਕਿਹਦੇ ਨਾਲ ਗੁਣਾ ਕਰਾਂਗੇ 5 ਨਾਲ। ਹੁਣ 2 ਆ ਕਿਹਦੇ ਨਾਲ ਗੁਣਾ ਕਰਾਂਗਾ 5 ਨਾਲ, ਤੇ ਇਹਦੀ ਪਾਵਰ 3 ਆ ਤਾਂ ਇਹਦੇ ਨਾਲ ਵੀ ਪਾਵਰ ਮੈਂ ਕੀ ਲਾਉਂਗਾ 3। ਤਾਂ ਜੇ ਹੇਠਾਂ ਮੈਂ ਗੁਣਾ ਕੀਤੀ ਆ 5 ਦੀ ਪਾਵਰ 3 ਨਾਲ, ਤਾਂ ਉੱਪਰ ਵੀ ਮੈਨੂੰ 5 ਦੀ ਪਾਵਰ 3 ਨਾਲ ਗੁਣਾ ਕਰਨੀ ਪਊਗੀ। ਐਂ ਤਾਂ ਹੈ ਨਹੀਂਗਾ ਵੀ ਮੈਂ ਹੇਠਾਂ ਕਰਨੀ ਉੱਪਰ ਕਰਦਾ ਨਹੀਂਗਾ, ਤਾਂ ਮੈਨੂੰ ਹੇਠਾਂ ਵੀ ਕਰਨੀ ਪਊ ਉੱਪਰ ਵੀ ਕਰਨੀ ਪਊ। ਹੁਣ ਮੇਰੇ ਕੋਲ ਆ ਦੇਖੋ ਆਹੀ ਚੀਜ਼ ਸਮਝ ਆ ਰਹੀ ਹੈ। ਜੇ 2 ਦਿੱਤਾ ਤਾਂ ਕਿਹਦੇ ਨਾਲ ਗੁਣਾ ਕਰੂੰਗਾ 5 ਦੀ ਪਾਵਰ 3 ਨਾਲ। ਜਿੰਨੀ ਪਾਵਰ ਇਹਦੀ ਹੋਊ ਉਨੀ ਪਾਵਰ ਇੱਥੇ ਆਪਾਂ ਮਲਟੀਪਲਾਈ ਕਰਾਂਗੇ। ਤਾਂ ਕਰਕੇ ਜੇ ਹੇਠਾਂ ਮਲਟੀਪਲਾਈ 5 ਦੀ ਪਾਵਰ 3 ਨਾਲ ਕੀਤੀ ਆ ਤਾਂ ਉੱਪਰ ਵੀ ਮੈਨੂੰ 5 ਦੀ ਪਾਵਰ 3 ਨਾਲ ਕਰਨਾ ਪਊਗਾ। ਉਸੇ ਤਰੀਕੇ ਨਾਲ 17 ਨੂੰ ਵੀ ਲਿਖ ਲੂੰਗਾ ਗੁਣਾ 5 ਨੂੰ ਮੈਂ 3 ਵਾਰੀ ਲਿਖੂੰਗਾ 5 ਗੁਣਾ 5 ਇਹਦੇ ਵਿੱਚ ਮੇਰੇ ਕੋਲੇ 2 ਗੁਣਾ 5 ਮੈਂ ਲਿਖੂੰਗਾ, ਤੇ ਜਿਹੜੀ ਮੇਰੇ ਕੋਲੇ ਪਾਵਰ ਆ ਉਹ ਮੈਂ ਕੀ ਕਾਮਨ ਕੱਢ ਲੂੰਗਾ। ਪਾਵਰ ਮੇਰੇ ਕੋਲੇ 3 ਮੈਂ ਕੀ ਕੱਢ ਲਈ ਕਾਮਨ ਕੱਢ ਲਈ। ਇਹਨਾਂ ਸਾਰਿਆਂ ਨੂੰ ਗੁਣਾ ਕਰੋ गाइस। 17 ਨੂੰ 5 ਨਾਲ ਗੁਣਾ ਕਰੋ, 5 ਨੂੰ ਫਿਰ ਇਹਨਾਂ ਕਰੋ, ਜਿੰਨਾ ਉੱਤਰ ਆ ਗਿਆ ਫਿਰ ਉਹਨੂੰ ਅੱਗੇ 5 ਨਾਲ ਕਰੋ। ਜਾਂ ਤੁਸੀਂ ਕਰੋ 125 ਨੂੰ 17 ਨਾਲ ਗੁਣਾ ਕਰ ਲਓ, 125 ਨੂੰ 17 ਨਾਲ, ਕਿਉਂਕਿ 5 5 25 25 ਨੂੰ 5 ਨਾਲ ਗੁਣਾ ਕੀਤਾ 125 125 ਨੂੰ 17 ਨਾਲ ਗੁਣਾ ਕਰ ਲੂੰਗਾ। 35 ਆ ਗਿਆ, 3 ਗਏ ਹਾਸਲ, 14 ਤੇ 17 1 7 8 5 2 1 5 12 10 11 1 ਮੇਰੇ ਕੋਲ कितना आ गया 11 25 आ गया। हेठा मेरे को 10 की पावर 3 आ गया गाइस। 5 गुणी 10 10 की पावर 3 आ गया। तो मेरे को किवें लगूगा पॉइंट, यानी कि मेरे को 1000 बन गया ना। हेठा एक मगर 3 जीरो लग गया क्योंकि 10 की पावर 3 सी, ਇਹਦਾ मतलब एक मगर मेरे को 3 जीरो लग जाएंगे। उस तरीके नाल मैं कितने एक छड्ड के पॉइंट लाऊंगा 1 2 3 3 एक छड्ड के मैं क्या पॉइंट ला दूंगा। ये मेरे को क्या आ गया आंसर आ गया। 3 एक छड्ड के मैं इतने पॉइंट लाता 1 2 3 इस तरीके नाल मेरे को क्या आंसर आ गया। बस आ तो इस तक आप पहले किया क्योंकि मेरे को 7 आ, तो इस तो बाद मेरे को जे 2 की पावर करना तो मैं कितने गुना करूंगा 5 की पावर करना। जे हेठा किया तो ऊपर भी करूंगा। 17 उम्मीद आ लिया 5 को मैं 3 बारी लिख लिया। आ 2 ते 5 मैं इकट्ठे लिख लिए, एक हाथ दी सांझी बाहर कर ली 10 बन गया। 10 की पावर 3 उम्मीद लिख लेना, सारा गुना किया 11 25 आ गया। 3 अक्कर छड्ड के मैं की लाता पॉइंट लाता। इस तो बाद आप नेक्स्ट करांगे। समझ ला के गाइस आप हरेक दोस्त नूं क्या है शेयर करो वीडियो। दूर नेड़े कोई तुहाडा रिश्तेदारी दे विच अगर कोई मैंबर 10th क्लास दे विच पढ़दा जरूर किया शेयर करो, सपोर्ट करो वध तों वध। ते इस तो बाद मैं नेक्स्ट करूंगा। देखो मैं किस तरीके नाल करूंगा। तां मेरे कोले की हैगा 15 नौवीं तरीके उस तरीके नाल लिखूंगा जिहड़ा 1600 दे मैं की बनाऊंगा टोटे बनाऊंगा। ये थोड़ा जिहा पेपर दे विच ज्यादा आउंदा पुछया जाण वाला सम है, मैं जल्दी जल्दी कर देना ठीक है। आता क्योंकि मैं तुहानूं पहला समझा जे ਉਹਦੇ ਵਿੱਚ गाइस मैं ਇਹ ਸਮਝਾਉਂਦਾ ਤਾਂ ਤੁਹਾਨੂੰ क्या घट ਇਹਦੇ ਵਿੱਚ क्लैरिफाई ਹੁੰਦਾ। ਤਾਂ ਕਰਕੇ किया मैं अलग अलग किया दोनों पार्ट किए है समझा जाए। 2 की पावर मैं डायरेक्ट लिखूंगा 1 2 3 4 5 6। 2 की पावर कितना आ गया 6। 5 की पावर 1 2 यानी कि 5 की पावर मेरे को कितना आ गया 2 आ गया। सारिਆਂ ਨੂੰ पता ਸਾਂ ਤਾਂ ਹੁਣ ਤੁਹਾਡੇ ਵਿੱਚ ਕੋਲੇ ਕੀ ਹੈਗਾ ਇੱਕ ਗੱਲ ਦੀ ਇਹਦੇ ਵਿੱਚ ਦੇਖੋ ਤੁਸੀਂ ਕਿਸ ਤਰੀਕੇ ਨਾਲ ਕਰੋਗੇ। ਮੈਂ ਤੁਹਾਨੂੰ ਇੱਥੇ ਸਮਝਾਉਣਾ 2 की पावर 6 आ गया 5 की पावर 2 आ गया। ਹੁਣ ਤੁਸੀਂ ਗੁਣਾ ਕਿਹਦੇ ਨਾਲ ਕਰੋਗੇ ਬਟ ਇੱਥੇ 2 की पावर 6 ਹੈ ਇੱਥੇ 2 5 की पावर 2 ਆ। ਆਪਾਂ ਸਾਂਝਾ ਤਾਂ ਕਰ ਨਹੀਂ ਸਕਦੇ ਕਿਉਂਕਿ ਪਾਵਰ ਅੱਡੋ ਅੱਡ ਨਾ ਪਾਵਰ ਇੱਕੋ ਜੀ ਹੋਵੇ ਫੇਰ ਹੀ ਮੈਂ ਕੀ ਹੈਗਾ ਸਾਂਝੀ ਕੱਢੂੰਗਾ ਪਾਵਰ। ਤਾਂ ਹੁਣ ਸਭ ਤੋਂ ਪਹਿਲਾਂ ਮੈਨੂੰ ਪਾਵਰ ਇਹਨਾਂ ਦੀ ਇੱਕੋ ਜੀ ਕਰਨੀ ਪਊ। ਇਹਦੇ ਵਿੱਚ ਮੇਰੇ ਕੋਲੇ ਕੀ ਆ ਮੈਂ ਪਾਵਰ 6 ਕਰਨ ਲਈ ਕਿਵੇਂ ਕਰੂੰਗਾ 5 की पावर 2 ਤਾਂ ਹੈਗੀ ਆ, ਮੈਨੂੰ ਘਾਟ ਕਿਹਦੀ ਆ 4 ਯਾਨੀ ਕਿ 5 की पावर 4 ਦੀ ਘਾਟ ਆ। 2 ਦਾ ਸੀ 4 ਹੋ ਗਈ ਤਾਂ ਕਰਕੇ 5 की पावर ਮੇਰੇ ਕੋਲੇ 6 ਹੋ ਗਈ। ਹੇਠਾਂ 5 की पावर 4 ਨੇ ਗੁਣਾ ਕੀਤੀ ਆ ਤਾਂ ਹੈਗੀ ਆ ਪਹਿਲੀ ਆਪਣੇ ਕੋਲੇ। मैं आपके को की लाया 5 की पावर 4 जे हेठा लाया तो ऊपर भी मैंने 5 की पावर 4 लाना पऊगा। इस तरीके नाल आपां करांगे। हुण मेरे को आप 15 गुणा 5 की पावर 4 आ गया तो आप मेरे को 2 की पावर 6 तो मेरे को क्या 2 की पावर 6 आ गया ता करके मैं 5 की पावर मेरे को 6 बन गया। तो मेरे को की बन गया 5 की पावर भी 6 बन गया। ये गाइस पता की हुंदा जो भी मेरे को है ना इतने मेरे को 5 की पावर 2 आ गया 5 की पावर 4 आ गया। जो भी आ मेरे को बेस सेम हो ना तो मेरे को पावर जुड़ जाती 2 ते 4 मेरे को 6 हो गया। इस तरीके नाल मैं किया कीता क्योंकि बेस सेम आ पावर की जुड़ गई 2 ते 4 6 हो गया। हुण देखो हुण मैं साझा कर सकदा इहदे विच आ 15 गुणा 5 की पावर 4 5 नूं मैं 4 बारी लिख सकदा। उस तरीके नाल 2 गुणा 5
ਦੀ ਪਾਵਰ 6 ਮੈਂ ਕਿਹਾ ਕਾਮਨ ਕੱਢ ਲਈ। ਠੀਕ ਆ, ਤਾਂ ਇਹਨਾਂ ਸਾਰਿਆਂ ਨੂੰ ਗੁਣਾ ਕਰੋ, ਤੁਸੀਂ ਗੁਣਾ ਕਰੇ ਤੋਂ ਆ ਮੈਂ ਮਟੇ ਦੇਣਾ ਗਾਇਸ, ਇਹਦੇ ਦਾ ਤੁਸੀਂ ਸਮਝ ਲਿਆ। ਤਾਂ ਮੈਂ ਆ ਸਾਰਿਆਂ ਨੂੰ ਮਲਟੀਪਲਾਈ ਕਰੋ, ਇਹਨਾਂ ਸਾਰਿਆਂ ਨੂੰ ਗੁਣਾ ਕਰਕੇ ਦੇਖੋ ਕਿੰਨਾ ਆਊਗਾ। ਆ ਮੇਰੇ ਕੋਲ ਹੇਠਾਂ 5 ਦੂਣੀ 10, 10 ਦੀ ਪਾਵਰ 6 ਆ ਗਿਆ। ਇਹਨਾਂ ਸਾਰਿਆਂ ਨੂੰ ਗੁਣਾ ਕਰਕੇ ਇੱਥੇ ਲਿਖੋ, ਮੈਂ ਡਾਇਰੈਕਟ ਲਿਖ ਦੇਣਾ ਗਾਇਸ, ਇਹਦੇ ਵਿੱਚ ਮੈਂ ਦੇਖ ਕੇ ਡਾਇਰੈਕਟ ਲਿਖ ਦੇਣਾ ਕਿੰਨਾ ਆਊਗਾ ਮੇਰੇ ਕੋਲੇ। ਮੇਰੇ ਕੋਲ ਆਊਗਾ 9375। ਇਹਦੇ ਵਿੱਚ ਮੈਂ ਡਾਇਰੈਕਟ ਲਿਖਤਾ ਗਾਇਸ, ਇਹਨਾਂ ਸਾਰਿਆਂ ਨੂੰ ਗੁਣਾ ਕਰਕੇ ਮੈਂ 9375 ਲਿਖਤਾ। ਹੁਣ ਮੈਂ 9375 ਉਵੇਂ ਲਿਖ ਲਿਆ। 1 ਦੀ ਪਾਵਰ ਮੇਰੇ ਕੋਲ ਕਿੰਨਾ ਆ ਜਾਊਗਾ, 1 ਦੀ ਪਾਵਰ ਮੰਗ 6, 2 3 4 5 6। ਤਾਂ ਮੈਂ ਕਿੰਨੇ ਇੱਕ ਛੱਡ ਕੇ ਪੁਆਇੰਟ ਲਾਉਂਗਾ 6, ਇੱਕ ਛੱਡ ਕੇ 4 ਤਾਂ ਹੈਗੀ ਆ ਮੇਰੇ ਕੋਲੇ, 4 ਤਾਂ ਹੈਗੀ ਆ, ਮੈਂ 2 ਕੀ ਆ ਆਪਦੇ ਕੋਲੋਂ ਲਾਉਂਗਾ, ਇੱਥੇ ਕੀ ਹੈਗਾ ਮੈਂ ਪੁਆਇੰਟ ਲਾ ਲਵਾਂ। ਇਹ ਜੀ ਮੇਰੇ ਕੋਲ ਇਹਦੇ ਵਿੱਚ ਆਨਸਰ ਆ ਗਿਆ। आई होप तुम सुन के समझ लगी हो। जे किसी भी दिक्कत हुई तो ये दिक्कत वो ये क्लैरिफाई क्लीयर हो आ दोनों सम दे मैं एक बार दूसरी बार फिर समझा ना। 15 आ गया, ये सारे जो मैं फैक्टर बनाए आ बन के मेरे को हम मेरे को है तो सांत मैंने पता 2 ते 5 सांत होंगे है, बट ये मैं इतने मैं कॉमन नहीं कढ़ सकता, एवं नहीं कर सकता कि जे मेरे को इतने भी 6 हो भी पावर 6 होनी चाहिए, फिर ही मैं कॉमन कटूंगा। 5 की पावर 2 तो हैगी सी मेरे को, 5 की पावर 4 की घाट आ, ਤਾਂ ਕਰਕੇ मैं 5 की पावर 4 नाल दे कोले गुणा कर ली, हेठां भी करूंगा फिर मैंने उपर भी करनी, हेठां करके उपर कर ली, तो मेरे को 5 की पावर 6 बन गई ना। हुण तां मैं करके मैं 5 की पावर 6 बना ली, तो ये 6 बन के हुण मेरे को जरूर कॉमन निकल जूगा क्योंकि ये भी 6 है, ये भी पावर 6 है, तां करके कॉमन कढ़ के इन्हां सारिਆਂ ਨੂੰ गुणा किया इन्ना आ गया, तो 10 10 की पावर 6 बन गई। उस तरीके नाल 6 एक छड्ड के मैं पॉइंट लाता, मेरा की आ गया आंसर आ गया। इस तो बाद आपां नैक्सट करांगे। नैक्सट है मेरे को 23 2 की पावर 3 5 की पावर 2 मेरे को सांता है गाइस। हम तुम दसो कि मैं कॉमन कढ़ सकता नहीं कढ़ सकता क्योंकि इतने 2 की पावर 3 आ, इतने 5 की पावर 2 आ, तो मैं कि 5 की पावर 3 भी मैंने बनानी पू। किवें बनाऊंगा 5 की पावर 3 5 की पावर 1 नाल गुणा कर देना, जे हेठा 5 की पावर 1 नाल गुणा किया तो उपर भी मैंने 5 की पावर 1 नाल गुणा करना पऊगा। तो मेरे को 23 5 की पावर 1 मेरे को जानी 5 ही हो गया, तो ये मेरे को की हो गया 2 की पावर 3 ते 5 की पावर 3 होगी क्योंकि 2 ते 1 3 होगी 5 की पावर। हुण मेरे को की है 23 में 5 नाल गुणा किया 115 आ गया। ये मेरे को 2 गुणा 5 पावर आ जी कॉमन आ गई 3, तो ये मेरे को 115 आ गया, 5 दूनी 10 आ गया, 10 की पावर 3 आ गया। उस तरीके 115 मेरे को 1 मगर कितनी जीरो आ गया 3 आ गई क्योंकि 10 की पावर 3 आ। पॉइंट में मेरे दूगा 3 अक्कर छड्ड के 1 2 3 अक्कर छड्ड के पॉइंट मैं ला दूंगा, यही मेरा की आ गया आंसर है क्योंकि 3 जीरो सी ना जिन्हें जीरो आउंगे उन्हें अक्कर छड्ड के मैं किया पॉइंट ला दूंगा। इस तो बाद आप नैक्सट करांगे। नैक्सट है मेरे को फिफ्थ लास्ट क्वेश्चन है मेरा ये पार्ट का। देखो मैं किमें करूंगा 35 उम्मीद रखूंगा, ये मैं क्या टोटे बना दूंगा 50 के, तुहानूं पता है सारे टोटे बनाने किस तरीके आप बनाने हैं। 1 आ गया, सा मेरे को 2 गुणा 5 गुणा 5 यानी कि मेरे को 35 बटा 2 गुणा 5 की पावर 2 आ गया। हम देखो मेरे को घाट की है गाइस, इतने 2 की पावर 1 आ, इतने 5 की पावर 2 आ, इसका मतलब मैं कॉमन कट नहीं सकता, तो मैं 2 की पावर भी 2 बनानी पू, जे 5 की पावर 2 आ तो मैं किसी गुणा करूंगा 2 की पावर 1 ना, जे हेठा 2 की पावर 1 ना की तो ऊपर भी 2 की पावर 1 ना करना पऊगा। तो आ मेरे को 35 2 की पावर 1 मेरे को 2 ही होंगे क्योंकि 2 में एक बार लिखना, पावर का मतलब ये होंगे 2 में एक बार लिखना, इतने 5 की पावर 2 है मतलब 5 में 2 बार लिखना, जिन्नी पावर होंगी यदा मतलब उन्ने बार लिखना। तो आ मेरे को 2 की पावर 2 बन गई क्योंकि 81 2 हो गया ना, 5 की पावर 2 हो गया। तो आ इन मेरे गुणा किया 70 आ गया, तो इन्होंने दोनों में मैं कॉमन कढ़ ली पावर, मेरे को पावर की कढ़ ली मैं कॉमन कढ़ ली, आ 70 आ गया, 5 दूनी 10 10 की पावर की आ गई 2 आ गई। तो ये किस तरीके नाल मेरे को 70 बटा मेरे को 100 आ गया क्योंकि 10 की पावर 2 है मतलब 1 मगर 2 जूमा लग गया, पॉइंट के 2 लगूगा 2 अखर छड्ड के 70 2 अखर का हो गए 1 2 क्योंकि 2 जीरो है ना थले 2 अखर छड्ड के मैं पॉइंट ला दूंगा, इतने मेरे को पॉइंट लग गया, यही मेरा की आ गया आंसर आ गया। गाइस इहदे नाल ये पार्ट की कंप्लीट हो गया। जे किसी ने भी कोई भी इंक्वायरी हुई मैंने कमेंट बॉक्स दे विच दस
गाइस एक्सरसाइज 1.4 ਦਾ ਥਰਡ ਪਾਰਟ ਹੈ ਮੋਸਟ ਇੰਪੋਰਟੈਂਟ ਆ ਇਹ ਵੀ ਕੀ ਹੈਗਾ ਇੱਕ ਨੰਬਰ ਦਾ ਪੇਪਰ ਦੇ ਵਿੱਚ ਆ ਜਾਂਦਾ ਇਹਦੇ ਵਿੱਚ ਆਪਾਂ ਕੀ ਦੱਸਣਾ ਹੈਗਾ ਬਸ ਇੰਨਾ ਹੀ ਦੱਸਣਾ ਇਹ ਪ੍ਰਮੇय ਆ ਜਾਂ ਅਪ੍ਰਮੇय ਆ ਜੇ ਪ੍ਰਮੇय ਆ ਤਾਂ ਇਹਨੂੰ P Q ਦੇ ਰੂਪ ਵਿੱਚ ਲਿਖੋ ਤਾਂ ਹੁਣ ਮੇਰੇ ਕੋਲ ਪਹਿਲਾ ਮੈਂ ਦੱਸੂਗਾ ਇਹ ਕੀ ਹੈ ਮੇਰੇ ਕੋਲੇ ਪਰਿਮੇय ਆ ਤੁਸੀਂ ਕਹੋਗੇ ਸਰ ਇਹ ਪ੍ਰਮੇय ਕਿਵੇਂ ਆਗਾ ਮੇਰੇ ਕੋਲੇ ਪ੍ਰਮੇय ਤਾਂ ਕਰਕੇ ਕਿਉਂਕਿ ਇਹ P Q ਦੇ ਰੂਪ ਵਿੱਚ ਲਿਖਿਆ ਜਾ ਸਕਦਾ ਦੇਖੋ ਆ ਮੇਰੇ ਕੋਲੇ 43.1 2 3 4 5 6 7 8 9 ਇਹ ਮੇਰੇ ਕੋਲੇ ਕੀ ਆ ਪ੍ਰਮੇय ਕਦੋਂ ਹੁੰਦਾ ਜਦੋਂ ਉਹਨੂੰ ਆਪਾਂ P Q ਦੇ ਰੂਪ ਵਿੱਚ ਲਿਖ ਸਕਦੇ ਯਾਨੀ ਕਿ ਬਟਿਆਂ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਤਾਂ ਹੁਣ ਮੈਂ ਦੇਖੋ ਇਹਨੂੰ ਮੈਂ ਕਹਿੰਦਾ ਪ੍ਰਮੇय ਆਗਾ ਇਹਨੂੰ ਮੈਂ ਕਿਸ ਤਰੀਕੇ ਨਾਲ ਲਿਖ ਸਕਦਾਗਾ ਦੇਖੋ ਆ 43 1 2 3 4 5 6 7 8 9 ਜਾਨੀ ਕਿ ਆ ਜਿਹੜਾ ਮੇਰੇ ਕੋਲੇ ਪੁਆਇੰਟ ਆਗਾ ਇਹਦਾ 1 ਬਣ ਜੂਗਾ ਇਹਦੇ ਮਗਰ ਜਿੰਨੇ ਅੱਖਰ ਆਉਂਦੇ ਕੀ ਬਣ ਜਾਂਦੇ ਹੁੰਦੇ ਆ ਜ਼ੀਰੋਆਂ ਬਣ ਜਾਂਦੇ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਕਰ ਦਿੰਦੇ ਆ ਪੁਆਇੰਟ ਦਾ ਕੀ ਬਣ ਗਿਆ 1 1 2 3 4 5 6 7 8 9 9 ਅੱਖਰ ਤਾਂ ਇਹਦੇ ਮਗਰ 9 ਜ਼ੀਰੋਆਂ ਲੱਗ ਜਾਣਗੀਆਂ 3 4 5 6 7 8 9 ਇਹਨੂੰ ਆਪਾਂ P Q ਦੇ ਰੂਪ ਵਿੱਚ ਲਿਖਤਾ ਤਾਂ ਕਰਕੇ ਇਹ ਮੇਰੇ ਕੋਲੇ ਕੀ ਹੈਗਾ ਪ੍ਰਮੇय ਹੈਗਾ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਦੱਸਣਾਗਾ ਇਸ ਤੋਂ ਬਾਅਦ ਨੈਕਸਟ ਤੁਸੀਂ ਦੱਸੋ ਮੈਨੂੰ ਪ੍ਰਮੇय ਜਾਂ ਅਪ੍ਰਮੇय ਕਮੈਂਟ ਬਾਕਸ ਦੇ ਵਿੱਚ ਦੱਸੋ ਮੈਨੂੰ ਸਾਰੇ ਆਏ ਪ੍ਰਮੇय ਜਾਂ ਅਪ੍ਰਮੇय ਮੇਰੇ ਕੋਲ ਨੈਕਸਟ ਤੁਹਾਡੇ ਕੋਲੇ 20 ਸੈਕਿੰਡ ਦਾ ਸਮਾਂ ਹੈਗਾ ਦੱਸਣ ਲਈ ਪ੍ਰਮੇय ਜਾਂ ਅਪ੍ਰਮੇय ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹੂੰਗਾ ਵੀ ਇਹ ਮੇਰੇ ਕੋਲੇ ਕੀ ਆ ਅਪ੍ਰਮੇय ਤੁਸੀਂ ਕਹੋਗੇ ਸਰ ਇਹ ਅਪ੍ਰਮੇय ਮੇਰੇ ਕੋਲੇ ਕਿਵੇਂ ਆ ਕਿਉਂਕਿ ਦੇਖੋ ਇਹਦੇ ਵਿੱਚ ਪੁਆਇੰਟ ਇਹਦੇ ਵਿੱਚ ਵੀ ਆ ਪੁਆਇੰਟ ਦਾ ਬਣ ਜੂਗਾ ਜਿੰਨੇ ਇਹਦੇ ਮਗਰ ਅੱਖਰ ਆਉਂਦੇ ਆ ਜ਼ੀਰੋਆਂ ਬਣ ਜਾਣਗੀਆਂ ਜਾਨੀ ਕਿ P Q ਦੇ ਰੂਪ ਵਿੱਚ ਤਾਂ ਇਹਨੂੰ ਵੀ ਆਪਾਂ ਲਿਖ ਸਕਦੇ ਹਾਂ ਪਰ ਕੀ ਇਹਦੇ ਵਿੱਚ ਕੀ ਹੋ ਗਿਆ ਕਿਉਂ ਕਹਿੰਦਾ ਵੀ ਇਹ ਅਪ੍ਰਮੇय ਇਹਨੂੰ ਮੈਂ ਤਾਂ ਕਰਕੇ ਕਿਉਂ ਕਹਿੰਦਾ ਕਿਉਂਕਿ ਇਹਦੀ ਕੀ ਹੈਗਾ ਚੱਲੀ ਜਾਂਦੀ ਹੈ ਗਿਣਤੀ ਪੁਆਇੰਟ ਲੱਗੇ ਪਿਆ ਨੇ ਖਬਰ ਇਹ ਕਿੰਨੇ ਤੱਕ ਕਿੱਥੋਂ ਤੱਕ ਜਾਈਏ ਜਿਹਦੀ ਇਹਦੇ ਵਾਂਗੂ ਕੀ ਫੁੱਲ ਸਟਾਪ ਲਾ ਗਿਆ ਨਾ ਇੱਥੋਂ ਐਂ ਦੇ ਦਿੰਦੇ ਮੈਨੂੰ ਫਿਰ ਤਾਂ ਮੈਂ ਕਹਿੰਦਾ ਹੁਣ ਤਾਂ ਇਹਨਾਂ ਨੇ ਡਾਟ ਲਾ ਦੇ ਇਹਦਾ ਮਤਲਬ ਇਹ ਚੱਲੀ ਜਾਂਦੀ ਹੈ ਮੈਨੂੰ ਨਹੀਂ ਨਾ ਪਤਾ ਕਿੱਥੋਂ ਤੱਕ ਚੱਲੀ ਜਾਂਦੀ ਆ ਤਾਂ ਕਰਕੇ ਮੈਂ ਇਹਨੂੰ ਕੀ ਕਹਿੰਦਾ ਅਪ੍ਰਮੇय ਕਹਿੰਦਾ ਆ ਵੀ ਮੇਰੇ ਕੋਲੇ ਕੀ ਇਹਦੇ ਉੱਤੇ ਬਾਰ ਲਾਤੀ ਤਾਂ ਕਰਕੇ ਇਹ ਵੀ ਮੇਰੇ ਕੋਲੇ ਕੀ ਆ ਅਪ੍ਰਮੇय ਦੇਖੋ ਇਹ ਵੀ ਕੀ ਹੈਗਾ ਚੱਲੀ ਹੋਈ ਜਾਂਦੀ ਆ ਆਪਾਂ ਇਸ ਤਰੀਕੇ ਨਾਲ ਨਹੀਂ ਕਰ ਦਿੰਦੇ ਵੀ 10 ਨੂੰ 3 ਤੇ ਡਿਵਾਈਡ ਕਰੋ ਮੇਰੇ ਕੋਲੇ 3 ਆ ਗਿਆ 9 12 ਫਿਰ ਆਪਾਂ ਇੱਥੇ ਪੁਆਇੰਟ ਲੱਗ ਜਾਂਦਾ ਜ਼ੀਰੋ ਵਾਲੀ 3 ਤੇ ਗਿਆ 9 12 ਜ਼ੀਰੋ ਵਾਲੀ 3 ਗਿਆ 9 ਫਿਰ 12 ਵਾਲੀ ਜ਼ੀਰੋ ਵਾਲੀ 3 ਤੇ ਗਿਆ ਫਿਰ 9 1 ਆ ਗਿਆ ਜ਼ੀਰੋ ਆ ਗਿਆ ਯਾਨੀ ਕਿ ਆਪਾਂ ਕੀ ਕਰ ਦਿੰਦੇ ਹਾਂ 3.3 ਦੇ ਉੱਤੇ ਗਿਆ ਬਾਰ ਲਾ ਦਿੰਦੇ ਆ ਵੀ 3 ਵੀ ਚੱਲੀ ਜਾਂਦਾ ਇਹਦਾ ਮਤਲਬ ਕੀ ਹੈਗਾ ਬਾਰ-ਬਾਰ 1 2 3 4 5 6 7 8 9 ਫਿਰ ਕੀ ਆਉਂਦਾ 1 2 3 4 5 6 7 8 ਜਦ ਕਿ ਚੱਲੀ ਹੋਈ ਆਂਦਾਗਾ ਆਪਾਂ ਨੂੰ ਨਹੀਂ ਪਤਾ ਕਿੱਥੋਂ ਤੱਕ ਚੱਲਦਾ ਹੈਗਾ ਕਦੋਂ ਤੱਕ ਚੱਲਦਾ ਤਾਂ ਕਰਕੇ ਇਹ ਵੀ ਮੇਰੇ ਕੋਲੇ ਕੀ ਆ ਅਪ੍ਰਮੇय ਆ ਇਸ ਤਰੀਕੇ ਨਾਲ ਆਪਣੇ ਕੋਲੇ ਕੀ ਆ ਇਹ ਕੰਪਲੀਟ ਹੋ ਗਿਆ ਇੱਕ ਤੁਹਾਨੂੰ ਗਾਇਸ ਹੋਰ ਦੱਸ ਦਿੰਦਾ 1 ਮਾਰਕਸ ਦਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਉਹ ਵੀ √5 ਕੀ ਆ ਮੇਰੇ ਕੋਲੇ √5 ਮੇਰੇ ਕੋਲ ਕੀ ਹੈਗਾ ਅਪ੍ਰਮੇय ਜਿੰਨੀਆਂ ਵੀ ਸੰਖਿਆਵਾਂ ਤੁਹਾਨੂੰ ਰੂਟ ਦੇ ਵਿੱਚ ਮਿਲਣਗੀਆਂ ਉਹ ਸਾਰੀਆਂ ਕੀ ਆ ਅਪ੍ਰਮੇय ਹੀ ਹੋਣਗੀਆਂ ਜੇ ਤੁਹਾਨੂੰ √3 ਪੁੱਛਾਂ ਕੀ ਆ ਤੁਸੀਂ ਕਹੋਗੇ ਕਿ ਜੀ ਅਪ੍ਰਮੇय ਬਟ ਉਹ ਕੀ ਹੈ ਉਲਝਾ ਦਿੰਦੇ ਉਹ ਤੁਹਾਨੂੰ ਕੀ ਕਰਨਗੇ ਉਲਝਾਉਣਗੇ ਕਿਸ ਤਰ੍ਹਾਂ ਉਲਝਾਉਣਗੇ ਤੁਹਾਨੂੰ 25 ਪਾ ਦੇਣਗੇ 25 ਦੱਸੋ ਮੇਰੇ ਕੋਲ ਪ੍ਰਮੇय ਜਾਂ ਅਪ੍ਰਮੇय ਤੁਸੀਂ ਕਹੋਗੇ ਸਰ ਅਪ੍ਰਮੇय ਬਟ ਮੈਂ ਕੀ ਕਹੂੰਗਾ ਗਲਤ ਆ ਤੁਸੀਂ ਕਹੋਗੇ ਸਰ ਤੁਸੀਂ ਹੁਣ ਤਾਂ ਦੱਸਿਆ ਵੀ ਜਿਹੜੀਆਂ ਵੀ ਰੂਟ ਦੇ ਵਿੱਚ ਹੁੰਦੀਆਂ ਉਹ ਅਪ੍ਰਮੇय ਹੁੰਦੀਆਂ ਬਟ ਇਹਦੇ ਵਿੱਚ ਕੀ ਹੈਗਾ ਅਜਿਹਾ ਵੀ ਇਹ ਪ੍ਰਮੇय ਆ ਮੇਰੇ ਕੋਲ ਕਿਉਂਕਿ 25 ਦਾ ਰੂਟ ਮੇਰੇ ਕੋਲ ਕਿੰਨਾ ਹੁੰਦਾ 5 ਰੂਟ ਆ ਨਾ 25 ਦਾ ਰੂਟ ਮੇਰੇ ਕੋਲ ਕਿੰਨਾ ਹੋ ਗਿਆ 5 ਤਾਂ ਕਰਕੇ 5 ਤਾਂ ਮੇਰੇ ਕੋਲ ਪ੍ਰਮੇय ਆ ਕਿਉਂਕਿ ਮੈਂ P Q ਦੇ ਰੂਪ ਵਿੱਚ ਲਿਖ ਸਕਦਾ ਨਾ 5 ਦੇ ਬਟੇ ਮੈਂ 1 ਲਾਤਾ ਤਾਂ ਮੇਰੇ ਕੋਲ 5 ਨੂੰ 1 ਤੇ ਡਿਵਾਈਡ ਕੀਤਾ ਤਾਂ 5 ਦੇ ਤਾਂ ਕਰਕੇ ਰੂਟ ਤੋਂ ਬਾਹਰ ਵਾਲੀਆਂ ਰਕਮਾਂ ਸਾਰੀਆਂ ਮੇਰੇ ਕੋਲ ਪ੍ਰਮੇय ਹੁੰਦੀਆਂ ਬਸ ਤੁਸੀਂ ਇਹਨਾਂ ਯਾਦ ਰੱਖੋ ਆ ਮੇਰੇ ਕੋਲ ਬਟ ਕੀ ਹੈਗਾ ਮੇਰੇ ਕੋਲ ਪ੍ਰਮੇय ਆ ਕਿਉਂਕਿ 25 ਦਾ ਰੂਟ ਮੇਰੇ ਕੋਲ 5 ਹੁੰਦਾਗਾ ਤਾਂ ਕਰਕੇ ਮੇਰੇ ਕੋਲ ਪ੍ਰਮੇय ਆ ਖਾਸ ਕਰਕੇ ਧਿਆਨ ਰੱਖਣਾ ਜੇ 36 ਆ ਗਿਆ ਇਹ ਵੀ ਮੇਰੇ ਕੋਲ ਪ੍ਰਮੇय ਆ ਕਿਉਂਕਿ ਮੇਰੇ ਕੋਲ 37 ਦਾ ਰੂਟ ਕਿੰਨਾ ਹੁੰਦਾ 6 ਹੁੰਦਾ ਜੇ 49 ਆ ਗਿਆ 49 ਦਾ 7 ਹੁੰਦਾ ਤਾਂ ਕਰਕੇ 7 ਤੋਂ 7 49 ਦਾ 7 ਹੋ ਗਿਆ ਤਾਂ ਇਹ ਵੀ ਮੇਰੇ ਕੋਲ ਪ੍ਰਮੇय ਆ ਕਈ ਵਾਰ ਜ਼ਿਆਦਾ ਵੱਡਾ ਪਾ ਦਿਆ ਉਹ ਜਿਸ ਨੂੰ 144 ਪਾਤਾ ਤਾਂ ਤੁਸੀਂ ਇਹ ਕਿਸ ਤਰੀਕੇ ਨਾਲ ਕਰੋਗੇ ਇਹਦਾ ਰੂਟ ਕਿਸ ਤਰੀਕੇ ਨਾਲ ਕੱਢੋਗੇ ਤਾਂ ਇਸ ਤਰੀਕੇ ਨਾਲ ਤੁਸੀਂ ਰੂਟ ਕੱਢ ਕੇ ਦੇਖ ਲਿਓ 2 ਤੇ ਗਿਆ ਮੇਰੇ ਕੋਲ 7 2 ਤੇ ਗਿਆ ਮੇਰੇ ਕੋਲ 37 2 ਤੇ ਗਿਆ ਮੇਰੇ ਕੋਲ 18 2 ਤੇ ਗਿਆ ਮੇਰੇ ਕੋਲ 9 3 ਤੇ ਗਿਆ 3 ਤੇ ਗਿਆ 1 ਯਾਨੀ ਕਿ ਆ ਦੋ ਦੇ ਵਿੱਚੋਂ ਇੱਕ ਸਾਂਝਾ ਲੈਣਾ ਆ ਦੋ ਦੇ ਵਿੱਚੋਂ ਇੱਕ ਸਾਂਝਾ ਲੈਣਾ ਆ ਦੋ ਦੇ ਵਿੱਚੋਂ ਇੱਕ ਦੋ ਤੀਆਂ ਦੇ ਵਿੱਚੋਂ ਇੱਕ ਤੀਆ ਸਾਂਝਾ ਲੈਣਾ ਯਾਨੀ ਕਿ ਮੇਰੇ ਕੋਲ 4 4 ਤੇ 12
ਜਾਨੀ ਕਿ ਇਹਦਾ ਵੀ ਰੂਟ ਹੈਗਾ 144 ਦਾ, ਇਹਦਾ ਮਤਲਬ ਇਹ ਵੀ ਮੇਰੇ ਕੋਲੇ ਕੀ ਹੈਗਾ ਪ੍ਰਮੇय ਆ ਨਾ ਕਿ ਆਪ ਪ੍ਰਮੇय। ਇਹ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ, ਜਿਹਦਾ ਰੂਟ ਹੋਇਆ ਉਹ ਮੇਰੇ ਕੋਲੇ ਕੀ ਹੈਗਾ ਪ੍ਰਮੇय ਹੋਣਗੀਆਂ। ਬਟ ਜਿਵੇਂ ਹੁਣ ਰੂਟ 3 ਆ, ਰੂਟ 3 ਦਾ ਕੋਈ ਰੂਟ ਨਹੀਂਗਾ, ਇਹਦਾ ਮਤਲਬ ਇਹ ਮੇਰੇ ਕੋਲੇ ਕੀ ਆ ਆਪਰਮੇय ਆ। ਰੂਟ 5 ਦਾ ਵੀ ਮੇਰੇ ਕੋਲੇ ਕੋਈ ਰੂਟ ਨਹੀਂ, ਇਹਦਾ ਮਤਲਬ ਇਹ ਵੀ ਮੇਰੇ ਕੋਲੇ ਆਪਰਮੇय ਆ। 31 ਦਾ ਵੀ ਕੋਈ ਰੂਟ ਨਹੀਂ, ਇਹਦਾ ਮਤਲਬ ਇਹ ਵੀ ਆਪਰਮੇय ਆ। 19 ਲਾ ਲਓ, 18 ਲਾ ਲਓ, 17 ਲਾ ਲਓ, ਠੀਕ ਆ, 15 ਲਾ ਲਓ, 14 13 ਲਾ ਲਓ, 12 ਲਾ ਲਓ, ਉਹ ਸਾਰੀਆਂ ਆਪਰਮੇय ਆ। ਬਟ ਜਿਹਦਾ ਰੂਟ ਹੋਇਆ ਉਹ ਮੇਰੇ ਕੋਲੇ ਕੀ ਹੋਣਗੀਆਂ ਪ੍ਰਮੇय ਹੋਣਗੀਆਂ। ਇਹਦੇ ਨਾਲ ਆਪਣਾ ਕੀ ਹੈ ਜਿਹੜਾ ਚੈਪਟਰ ਹੈ ਕੰਪਲੀਟ ਹੋ ਗਿਆ। ਇਹ ਤੋਂ ਇਲਾਵਾ ਤੁਹਾਨੂੰ ਪੇਪਰ ਦੇ ਵਿੱਚ ਹੋਰ ਕੁਝ ਵੀ ਨਹੀਂ ਆਉਂਦਾ। ਇਹਨੂੰ 2-3 ਵਾਰੀ ਵੀਡੀਓ ਨੂੰ ਕੀ ਦੇਖ ਲਓ, ਤੁਹਾਨੂੰ ਕੀ ਸਾਰਾ ਚੈਪਟਰ ਕੀ ਆ ਆਉਣ ਲੱਗ ਜੂਗਾ। ਜੇ ਕੋਈ ਇਨਕੁਆਇਰੀ ਹੋਈ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਥੈਂਕ ਯੂ। ਚੈਨਲ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ।